ਭੈਣ ਹੋਰਾਂ ਦੀ ਉਮਰ 5-7 ਸਾਲ ਦੀ ਹੁੰਦੀ ਆ ਜਦੋਂ ਉਹ ਆਪਣੀ ਮਾਂ ਦੀ ਮੌਤ ਹੁੰਦਿਆਂ ਅੱਖੀ ਦੇਖਦੇ ਆ ਤੇ ਭੈਣ ਹੋਰੀ ਆਪਣੀ ਮਾਂ ਨੂੰ ਰੋਕ ਵੀ ਰਹੇ ਹੁੰਦੇ ਆ, ਪਰ ਭੈਣ ਦੇ ਰੋਕਦੇ ਇਹਨਾਂ ਦੇ ਮਾਤਾ ਜੀ ਖੁਦ ਨੂੰ ਅੱਗ ਲਾ ਲੈਂਦੇ। ਇਹ ਸੋਚਿਆ ਜਾਂਦਾ ਕਿ ਜਿਹੜੇ ਇਹ ਭੈਣ ਭਰਾ ਨੇ, ਜਿਹੜੇ ਬੱਚੇ ਨੇ, ਇਹਨਾਂ ਨੂੰ ਕਿਸੇ ਰਿਸ਼ਤੇਦਾਰ ਕੋਲੇ ਛੱਡ ਦਈਏ। ਰਿਸ਼ਤੇਦਾਰਾਂ ਕੋਲੇ ਛੱਡਿਆ ਜਾਂਦਾ, ਪਰ ਰਿਸ਼ਤੇਦਾਰ ਵੀ ਜਾਨਵਰਾਂ ਵਾਂਗ ਭੈਣ ਹੋਰੀ ਦੱਸਦੇ ਆ ਕਿ ਸਾਡੇ ਨਾਲ ਸਲੂਕ ਕਰਦੇ ਆ। ਜਾਨਵਰਾਂ ਵਾਂਗੂ ਸਾਨੂੰ ਪਸ਼ੂਆਂ ਵਾਲੇ ਬਾੜੇ ਦੇ ਵਿੱਚ ਤਾੜਿਆ ਜਾਂਦਾ, ਉੱਥੇ ਸਾਡਾ ਰਹਿਣ ਸਹਿਣ ਹੁੰਦਾ ਕਿ ਇੰਨਾ ਕੰਮ ਕਰਾਇਆ ਜਾਂਦਾ ਸੀ ਕਿ ਮੇਰੇ ਸਿਰ ਦੇ ਵਾਲਾਂ ਦੀਆਂ ਜੱਟਾਂ ਤੱਕ ਬਣ ਗਈਆਂ ਤੇ ਸਿਰ ਤੇ ਜੂਆਂ ਚੜਨ ਲੱਗ ਗਈਆਂ। ਭੈਣ ਹੋਰਾਂ ਦਾ ਇਕਲੌਤਾ ਭਰਾ ਸੀ ਜਿਹਦੀ ਲੜਾਈ ਝਗੜਿਆਂ ਕਾਰਨ ਉਹ ਵੀ ਆਪਣੀ ਖੁਦਕੁਸ਼ੀ ਕਰਕੇ ਜ਼ਿੰਦਗੀ ਖਤਮ ਕਰ ਲੈਂਦਾ। ਪਾਪਾ ਨਾਲ ਥੋੜੀ ਜੀ ਮੰਮਾ ਦੀ ਕਿਸੇ ਗੱਲ ਤੋਂ ਬਹਿਸ ਹੋ ਗਈ। ਭੈਣ ਦੇ ਮੇਰੀ ਮਾਤਾ ਨਿਕਲੀ ਹੋਈ ਸੀਗੀ ਤੇ ਉਸ ਟਾਈਮ ਨਾ ਪੀਣਾ ਪਾਪਾ ਨੂੰ ਮਨਾ ਸੀਗਾ ਡੈਡੀ ਨੂੰ, ਤੇ ਉਦੋਂ ਡੈਡੀ ਪੀ ਕੇ ਆ ਗਏ ਘਰ। ਬਸ ਨਿੱਕੀ ਜੀ ਗੱਲ ਤੋਂ ਮੰਮੀ ਦੀ ਲੜਾਈ ਜਿਹੜੀ ਹੈਗੀ ਆ ਵੱਧ ਗਈ ਉਹ, ਤੇ ਖਾਣਾ ਬਣਾਉਂਦੇ ਬਣਾਉਂਦੇ ਉਹਨਾਂ ਨੇ ਆਪਣੇ ਆਪ ਤੇ ਤੇਲ ਪਾ ਲਿਆ ਕਿ ਵੀ ਮੈਂ ਹੁਣ ਨਹੀਂ ਰਹਿਣਾ ਹੈਗਾ ਇੱਥੇ, ਮੈਂ ਮਰ ਜਾਣਾ। ਮੈਂ ਛੋਟੀ ਸੀਗੀ ਪਰ ਇੰਨੀ ਕੁ ਪਤਾ ਨਹੀਂ ਰੱਬ ਨੇ ਉਸ ਟਾਈਮ ਤੇ ਮੇਰੇ ਤੇ ਕੀ ਹੈ ਜੀ ਹਨਾ ਵੀ ਮੈਨੂੰ ਇੰਨੀ ਕੁ ਸਮਝ ਦਿੱਤੀ ਕਿ ਮੈਂ ਚੱਕ ਕੇ ਜਿਹੜੀਆਂ ਮਾਚਿਸ ਦੀਆਂ ਡੱਬੀਆਂ ਹੈਗੀਆਂ ਨੇ ਮੈਂ ਸਾਰੀਆਂ ਲੁਕੋ ਦਿੱਤੀਆਂ। ਤੇ ਸਾਡੇ ਉਸ ਟਾਈਮ ਤੇ ਨਾ ਕਿਰਾਏਦਾਰ ਵੀ ਹੁੰਦੇ ਸੀਗੇ ਰੱਖੇ ਹੋਏ ਨਾ ਸੀ, ਤੇ ਉਹ ਕਿਰਾਏਦਾਰਾਂ ਨੂੰ ਵੀ ਮੈਂ ਮਤਲਬ ਮਨਾ ਕਰ ਦਿੱਤਾ ਕਿ ਮੰਮਾ ਜੇ ਕੋਈ ਚੀਜ਼ ਮੰਗਦੇ ਨੇ ਨਾ ਤੁਹਾਡੇ ਤੋਂ, ਮਾਚਿਸ ਮੰਗਦੇ ਨੇ, ਤੁਸੀਂ ਦੇਣਾ ਨਹੀਂ, ਬਸ ਬੂਹੇ ਬੰਦ ਕਰ ਲਓ ਆਪਣੇ। ਤੇ ਜਿਹੜੀਆਂ ਮੇਰੇ ਘਰ ਦੀਆਂ ਡੱਬੀਆਂ ਸੀਗੀਆਂ ਉਹ ਮੈਂ ਚੱਕ ਕੇ ਅਟੈਚੀ ਦੇ ਵਿੱਚ ਰੱਖ ਦਿੱਤੀਆਂ। ਤੇ ਉਸ ਤੋਂ ਬਾਅਦ ਮੰਮਾ ਨੇ ਮੈਨੂੰ ਨਾ ਮਰਨ ਦੀ ਧਮਕੀ ਦੇ ਦਿੱਤੀ ਵੀ ਤੈਨੂੰ ਮੈਂ ਮਾਰ ਦੇਣਾ ਵਾ, ਵੀ ਨਹੀਂ ਤਾਂ ਤੂੰ ਮੈਨੂੰ ਡੱਬੀਆਂ ਦੇ ਦੇ। ਹੁਣ ਬਚਪਨ ਸੀਗਾ, ਬਸ ਉਹ ਡਰ ਦੇ ਕਰਕੇ ਹੀ ਨਾ ਮੈਂ ਮੰਮੀ ਨੂੰ ਮਾਚਿਸ ਫੜਾ ਦਿੱਤੀ ਚੱਕ ਕੇ। ਤੇ ਮੰਮੀ ਨੇ ਨਾ ਆਪਣੇ ਮਤਲਬ ਨਾ ਪਹੁੰਚੇ ਤੇ ਤੀਲੀ ਜਲਾ ਕੇ ਨਾ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਮੈਂ 2-3 ਵਾਰ ਤਾਂ ਐਵੇਂ ਹੱਥ ਮਾਰ ਕੇ ਬੁਝਾ ਦਿੱਤੀ ਅੱਗ। ਤੇ ਜਦੋਂ ਮੰਮੀ ਨੂੰ ਲੱਗਿਆ ਕਿ ਐਵੇਂ ਨਹੀਂ ਹੋਣਾ ਹੈਗਾ ਤੇ ਮੰਮੀ ਨੇ ਮੈਨੂੰ ਪਿੱਛੇ ਧੱਕਾ ਮਾਰਤਾ, ਕਿਚਨ ਤੋਂ ਬਾਹਰ ਸਿੱਟ ਦਿੱਤਾ। ਤੇ ਉਸ ਤੋਂ ਬਾਅਦ ਕਿਚਨ ਦਾ ਜਿਹੜਾ ਦਰਵਾਜ਼ਾ ਬੰਦ ਕਰ ਲਿਆ। ਦਰਵਾਜ਼ਾ ਬੰਦ ਕਰਕੇ ਮੰਮਾ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਇਹ ਉਹ ਟੈਰੀਕੋਟ ਦੇ ਕੱਪੜੇ ਮੰਮੀ ਦੇ ਪੂਰੇ ਸਰੀਰ ਦੇ ਨਾਲ ਲੱਗ ਗਏ। ਮਤਲਬ ਮੰਮਾ ਦਾ ਸੰਸਕਾਰ ਵਗੈਰਾ ਕੀਤਾ ਜਾਂਦਾ ਵਾ। ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਪੇਕੇ ਹੁੰਦੇ ਨੇ ਉਹ ਵੀ ਪਿੱਛੇ ਹਟ ਜਾਂਦੇ ਨੇ। ਮਾਂ ਦੇ ਨਾਲ ਨਾਲ ਪੇਕੇ ਵੀ ਖਤਮ ਹੋ ਜਾਂਦੇ ਨੇ, ਨਾਨਕੇ ਵੀ ਖਤਮ ਹੋ ਜਾਂਦੇ ਨੇ। ਪਾਪਾ ਕਹਿ ਦਿੰਦੇ ਨੇ ਕਿ ਮੈਂ ਨਾ ਵੀ ਕੰਮ ਕਰੂੰਗਾ ਜਾਂ ਤੁਹਾਨੂੰ ਸੰਭੂੰਗਾ। ਤੇ ਪਾਪਾ ਸਾਡੇ ਰਿਸ਼ਤੇਦਾਰਾਂ ਦੇ ਕੋਲ ਸਾਨੂੰ ਛੱਡ ਆਉਂਦੇ ਨੇ, ਤਿੰਨੋਂ ਭੈਣ ਭਰਾਵਾਂ ਨੂੰ ਛੱਡ ਆਉਂਦੇ ਨੇ। ਥੋੜੇ ਦਿਨ ਤਾਂ ਪਹਿਲਾਂ ਤਾਂ ਬਿਲਕੁਲ ਵੀ ਦਿਲ ਨਾ ਲੱਗਿਆ, ਪਰ ਇਹ ਕਹਿੰਦੇ ਹੁੰਦੇ ਨੇ ਨਾ ਜਦੋਂ ਵਕਤ ਦੀ ਮਾਰ ਪਈ ਹੋਵੇ ਸਿਰ ਤੇ ਫਿਰ ਤਾਂ ਸਭ ਕੁਝ ਕੱਟਣੀਆਂ ਪੈਂਦੀਆਂ ਨੇ। ਉਹਨਾਂ ਨੂੰ ਇਹ ਹੋ ਗਿਆ ਕਿ ਸਾਡੇ ਗਲ ਪੈ ਗਏ ਨੇ ਇਹ ਹਨਾ, ਬੱਚੇ ਸਾਡੇ ਗਲ ਪੈ ਗਏ ਨੇ, ਜਿਵੇਂ ਨਾ ਜਿਵੇਂ ਕਰਕੇ ਇਹਨਾਂ ਨੂੰ ਪਾਲਣਾ ਹੀ ਪੈਣਾ ਵਾ। ਸਗੇ ਰਿਸ਼ਤੇਦਾਰਾਂ ਨੂੰ ਮੈਂ ਕਹਿ ਰਹੀ ਹਾਂ ਅੱਜ, ਸਗੇ ਰਿਸ਼ਤੇਦਾਰਾਂ ਨੇ ਜਿਨ੍ਹਾਂ ਨੇ ਸਾਨੂੰ ਪਾਲਿਆ, ਪਾਲ ਕੇ ਅਹਿਸਾਨ ਤਾਂ ਸਾਡੇ ਤੇ ਜ਼ਰੂਰ ਕਰ ਦਿੱਤਾ ਵਾ, ਪਾਲ ਕੇ ਅਹਿਸਾਨ ਜ਼ਰੂਰ ਕਰ ਦਿੱਤਾ, ਪਰ ਦਿਲ ਦੇ ਵਿੱਚ ਜ਼ਖਮ ਜੋ ਦਿੱਤੇ ਨੇ ਨਾ ਉਹ ਕਦੇ ਨਹੀਂ ਭਰਨੇ ਹੈਗੇ। ਕੰਮ ਕਰਨੇ ਨੇ ਉੱਥੇ, ਸਾਨੂੰ ਕੰਮ ਕਰਨ ਨੂੰ ਦਿੱਤੇ ਗਏ ਵੀ ਆਹ ਝਾੜੂ ਲਾਣਾ ਵਾ, ਤੁਸੀਂ ਇੱਥੋਂ ਮੱਝਾਂ ਦੇ ਡੰਗਰਾਂ ਦੇ ਨੀਚੇ ਸਫਾਈ ਕਰਨੀ ਆ, ਗੋਹਾ ਸੁੱਟਣਾ, ਕੂੜਾ ਸੁੱਟਣਾ ਵਾ, ਤਸਲਾ ਸਿਰ ਤੇ ਰੱਖ ਕੇ ਕੂੜਾ ਸਿੱਟ ਕੇ ਆਉਣਾ ਵਾ ਦੂਰ ਤੱਕ ਜਾ ਕੇ। ਤੇ ਸਾਰੀ ਦਿਹਾੜੀ ਮਤਲਬ ਮੱਝਾਂ ਦੇ ਨੀਚੇ ਝਾੜੂ ਲਾਈ ਜਾਣਾ, ਕਿਉਂਕਿ ਮੱਝਾਂ ਵੀ ਕਾਫੀ ਸੀਗੀਆਂ ਉਹਨਾਂ ਦੇ ਕੋਲ ਹਨਾ। ਮੱਝਾਂ ਸਾਰੀ ਦਿਹਾੜੀ ਚੁੱਲ੍ਹੇ ਤੇ ਰੋਟੀਆਂ ਬਣਾਉਣੀਆਂ। ਫਿਰ ਇੰਨਾ ਕੁਝ ਕਰਨ ਤੋਂ ਬਾਅਦ ਵੀ ਨਾ ਮਤਲਬ ਰਾਤ ਨੂੰ ਪੈਣ ਵਾਸਤੇ ਜਿੱਥੇ ਜਗ੍ਹਾ ਦਿੱਤੀ ਜਾਂਦੀ ਸੀ ਨਾ ਉਹ ਸੀਗਾ ਮੱਝਾਂ ਵਾਲਾ ਕਮਰਾ, ਜਿੱਥੇ ਤੂੜੀ ਰੱਖੀ ਜਾਂਦੀ ਸੀਗੀ, ਜਿੱਥੇ ਨਾ ਬੱਚੀਆਂ ਡੰਗਰ ਬੰਨੇ ਜਾਂਦੇ ਹੁੰਦੇ ਸੀਗੇ। ਰਾਤ ਨੂੰ ਨਾ ਮੱਛਰਾਂ ਦੇ ਵਿੱਚ ਉੱਥੇ ਪਏ ਰਹਿਣਾ ਸੀ ਤਿੰਨੋਂ ਭੈਣ ਭਰਾਵਾਂ ਨੇ। ਸਵੇਰੇ ਉੱਠ ਕੇ ਚਾਹ ਪੀਣ ਨੂੰ ਗਲਾਸ ਚੱਕਣਾ ਹਨਾ, ਗਲਾਸ ਚਾਹ ਪੀਣੀ, ਸਭ ਨੇ ਪੀ ਲਈ ਹੁੰਦੀ ਸੀ ਚਾਹ। ਜਿਹੜੀ ਬਾਕੀ ਬਚਦੀ ਸੀ ਚਾਹ ਉਹਦੇ ਵਿੱਚ ਪਾਣੀ ਪਾਇਆ ਹੁੰਦਾ ਸੀਗਾ ਚਾਹ ਦੇ ਵਿੱਚ, ਤੇ ਪਾਣੀ ਵਾਲੀ ਚਾਹ ਸਾਨੂੰ ਦਿੱਤੀ ਜਾਂਦੀ ਸੀਗੀ ਪੀਣ ਨੂੰ। ਤੇ ਕਈ ਵਾਰ ਤਾਂ ਐਵੇਂ ਦੀਆਂ ਨਾ ਸੁੱਕੀਆਂ ਰੋਟੀਆਂ ਵੀ ਖਾ ਕੇ ਗੁਜ਼ਾਰਾ ਕਰ ਲਿਆ ਸੀਗਾ। ਮਤਲਬ ਉਸ ਟਾਈਮ ਇੰਨੇ ਛੋਟੇ ਸੀਗੇ, ਸਾਨੂੰ ਇਹ ਤੱਕ ਨਹੀਂ ਪਤਾ ਸੀਗਾ ਕਿ ਅਸੀਂ ਨਹਾਉਣਾ ਵੀ ਆ ਹਨਾ, ਬਿਨਾਂ ਕੇ ਆਪਣੇ ਸਰੀਰ ਦੀ ਸਫਾਈ ਵੀ ਕਰਨੀ ਹੈ, ਸਿਰ ਵੀ ਧੋਣਾ ਵਾ। ਤੇ ਮਤਲਬ ਉਦੋਂ ਐਵੇਂ ਦਾ ਹੋ ਗਿਆ ਸੀਗਾ ਨਾ ਕਿ ਸਰੀਰ ਦੀ ਸਫਾਈ ਨਹੀਂ ਹੁੰਦੀ ਸੀ, ਮਤਲਬ ਸਿਰ ਤੇ ਨਾ ਜਟਾਂ ਟਾਈਪ ਬਣ ਗਈਆਂ ਸੀਗੀਆਂ ਤੇ ਜੂਆਂ ਮਤਲਬ ਪੈਣ ਲੱਗ ਗਈਆਂ ਸੀਗੀਆਂ, ਤੇ ਫੋੜੇ ਇੰਨੇ ਸਰੀਰ ਦੇ ਵਿੱਚ ਹੋ ਗਏ ਸੀਗੇ, ਪੂਰੇ ਫੇਸ ਤੇ, ਇੱਥੇ ਲੱਤਾਂ ਤੇ ਬਾਹਾਂ ਤੇ ਪੂਰੇ ਫੋੜੇ ਹੀ ਫੋੜੇ ਹੋ ਗਏ ਸੀਗੇ। ਇਹ ਨਹੀਂ ਕਿ ਕੋਈ ਦਵਾਈ ਦਵਾਊਗਾ, ਬਸ ਝਾੜੇ ਕਰਾ ਦਿੰਦੇ ਹੁੰਦੇ ਸੀਗੇ ਉਸ ਟਾਈਮ ਤੇ, ਝਾੜੇ ਕਰਾ ਦਿੰਦੇ, ਬਸ ਚੁੰਨੀ ਲੈ ਕੇ ਐਵੇਂ ਪੈ ਜਾਣਾ। ਮੱਖੀਆਂ ਬੈਠਣੀਆਂ, ਫੋੜਿਆਂ ਨੇ ਹੋਰ ਜ਼ਿਆਦਾ ਰਿਸ ਜਾਣਾ, ਉਹਨਾਂ ਨੂੰ ਮਾਰਨ ਵਾਸਤੇ ਅੱਗੇ ਆਉਣਾ। ਉਹਨਾਂ ਨੇ ਮੈਂ ਕਹਿ ਦੇਣਾ ਉਹਨਾਂ ਨੂੰ ਮੇਰੇ ਭਰਾ ਨੂੰ ਨਹੀਂ ਮਾਰਨਾ ਹੈਗਾ, ਤੁਸੀਂ ਮੈਨੂੰ ਮਾਰ ਲਓ ਉਹਦੇ ਬਦਲੇ। ਸਾਰਾ ਪਤਾ ਸੀਗਾ ਮੈਨੂੰ ਕਿ ਖਰਚਾ ਦਿੰਦੇ ਨੇ ਪਾਪਾ, ਕੱਪੜੇ ਲੈ ਕੇ ਆਉਣਾ ਉਹਨਾਂ ਨੇ ਮੇਰੇ ਤੇ ਮੇਰੀ ਭੈਣ ਵਾਸਤੇ। ਉਹ ਕੱਪੜੇ ਉਹ ਆਪਣੇ ਬੱਚਿਆਂ ਨੂੰ ਸਵਾ ਕੇ ਦੇ ਦਿੰਦੇ ਸੀਗੇ, ਸਾਨੂੰ ਦੂਜਿਆਂ ਦੇ ਪਾਏ ਹੋਏ ਕੱਪੜੇ ਸਾਨੂੰ ਪਾਉਣ ਨੂੰ ਦਿੱਤੇ ਜਾਂਦੇ ਸੀਗੇ। ਮੇਰੇ ਪਾਪਾ ਆਏ ਇੱਕ ਦਿਨ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਹੁਣ ਇੱਥੇ ਨਹੀਂ ਰਿਹਾ ਜਾਂਦਾ ਹੈਗਾ, ਜਾਂ ਤਾਂ ਤੁਸੀਂ ਸਾਨੂੰ ਇੱਥੋਂ ਲੈ ਜਾਓ ਜਾਂ ਸਾਨੂੰ ਇੱਥੇ ਮਾਰ ਦਿਓ। ਮੈਂ ਅੱਜ ਵੀ ਆਪਣੇ ਉਹਨਾਂ ਰਿਸ਼ਤੇਦਾਰਾਂ ਤੋਂ ਬਹੁਤ ਨਫ਼ਰਤ ਕਰਦੀ ਹਾਂ।
ਵੱਡੇ ਕਹਿੰਦੇ ਹੁੰਦੇ ਨੇ ਕਿ ਜੇ ਆਪਾਂ ਪਿੱਛੇ ਦੁੱਖ ਦੇਖਿਆ ਨਾ, ਅੱਗੇ ਜਾ ਕੇ ਆਪਾਂ ਸੁੱਖ ਹੀ ਸੁੱਖ ਦੇਖਾਂਗੇ। ਪਰ ਮੇਰੇ ਨਸੀਬ 'ਚ ਤਾਂ ਉਹ ਵੀ ਨਹੀਂ ਸੀਗਾ। ਮੇਰੇ ਨਸੀਬ 'ਚ ਸੁੱਖ ਅੱਗੇ ਵੀ ਨਹੀਂ ਸੀਗਾ। ਵਿਆਹ ਕੇ ਚਲੇ ਗਈ। ਮੇਰਾ ਇੱਥੋਂ ਵਿਆਹ ਬਹੁਤ ਦੂਰ ਹੋਇਆ ਸੀ, ਦਿੱਲੀ ਵਿਆਹ ਹੋਇਆ ਸੀਗਾ ਮੇਰਾ। ਮੈਂ ਆਪਣੇ ਭਰਾ ਦੇ ਰੱਖੜੀ ਬੰਨ੍ਹ ਕੇ ਜਾਂਦੀ ਹਾਂ, ਹਲੇ 16-17 ਦਿਨ ਹੀ ਹੁੰਦੇ ਆ ਰੱਖੜੀ ਬੰਨ੍ਹ ਕੇ ਗਈ ਹੋਈ ਨੂੰ। ਪਿੱਛੋਂ ਨਾ ਪਾਪਾ ਦਾ ਫੋਨ ਆ ਜਾਂਦਾ ਵਾ, ਪੰਜਾਬ ਆ ਜੀ ਵੀ ਕੁਛ ਗੱਲ ਹੋ ਗਈ ਆ। ਪੂਰੀ ਰਾਤ ਰੋ ਰੋ ਕੇ ਲੰਘ ਜਾਂਦੀ ਆ। ਪਤਾ ਲੱਗ ਜਾਂਦਾ ਵੀ ਕੁਛ ਨਾ ਕੁਛ ਤਾਂ ਗੜਬੜ ਹੋਈ ਆ। ਜਦੋਂ ਬੱਸ ਦੇ ਵਿੱਚ ਬੈਠੀ ਹੁੰਨੀ ਆ ਤੇ ਉਦੋਂ ਮੇਰੇ ਕੰਨਾਂ ਦੇ ਵਿੱਚ ਨਾ ਆਵਾਜ਼, ਰੋਣੇ ਦੀ ਆਵਾਜ਼ ਆਉਂਦੀਆਂ ਨੇ ਵੀ ਸਾਰੀਆਂ ਪਤਾ ਨਹੀਂ ਕਿੰਨੀਆਂ ਜਾਣੀਆਂ ਬੁੜੀਆਂ ਇਕੱਠੀਆਂ ਹੋ ਕੇ ਨਾ ਰੋ ਰਹੀਆਂ ਨੇ ਉੱਥੇ। ਜਦੋਂ ਮੈਂ ਆਪਣੇ ਘਰ ਦੇ ਨਾ ਗੇਟ ਦੇ ਮੂਹਰੇ ਜਾ ਕੇ ਪਹੁੰਚਦੀ ਆ ਨਾ, ਉੱਥੇ ਮੇਰੇ ਭਰਾ ਦੀ ਲਾਸ਼ ਪਈ ਹੁੰਦੀ ਆ। ਬਸ ਉਦੋਂ ਜਾ ਕੇ ਪਤਾ ਲੱਗਦਾ ਕਿ ਹੁਣ ਜਿਹੜਾ ਇੱਕ ਸੀਗਾ ਨਾ ਮੇਰੇ ਨਾਲ, ਮੇਰੇ ਢਿੱਡ ਦੇ ਮੇਰੀ ਮਾਂ ਦਾ ਜਾਇਆ ਸੀਗਾ, ਉਹ ਵੀ ਨਹੀਂ ਹੈਗਾ ਮੇਰੇ ਕੋਲ ਹੁਣ। ਉਸ ਤੋਂ ਬਾਅਦ ਮੇਰੀ ਦੁਨੀਆ ਹੋਰ ਹੀ ਜ਼ਿਆਦਾ ਖਤਮ ਹੋ ਜਾਂਦੀ ਆ। ਅੱਜ ਵੀ ਉਹ ਭਰਾ ਨੂੰ ਇੰਨਾ ਰੋਨੀ ਆ ਨਾ ਮੈਂ ਕਿ ਤੂੰ ਹੀ ਕੁਝ ਸੋਚ ਲੈਂਦਾ, ਮਾਂ ਨੇ ਤਾਂ ਨਹੀਂ ਸੋਚਿਆ ਸੀਗਾ। ਪਤਾ ਨਹੀਂ ਉਹਦੇ ਦਿਲ ਦੇ ਵਿੱਚ ਇਹੋ ਜਿਹਾ ਕੀ ਆਇਆ ਕਿ ਉਹਨੇ ਐਵੇਂ ਦਾ ਜਿਹੜਾ ਸਟੈਪ ਚੱਕਿਆ ਹੈਗਾ। ਤੇ ਮਤਲਬ ਰੱਖੜੀ ਅੱਜ ਵੀ ਮੈਂ ਉਹਦੇ ਲਈ ਰੱਖੜੀ ਖਰੀਦ ਲੈਂਦੀ ਆ, ਖਰੀਦ ਕੇ ਨਾ ਗੁਰਦੁਆਰੇ ਚੜਾ ਦਿੰਦੀ ਆ ਮੈਂ ਰੱਖੜੀ ਕਿ ਤੇਰੇ ਹਿੱਸੇ ਦੀ ਰੱਖੜੀ ਆ। ਮੇਰੇ ਲਈ ਉਹੀ ਮੇਰੀ ਮਾਂ ਸੀਗੀ, ਉਹੀ ਮੇਰਾ ਸਭ ਕੁਝ ਸੀਗਾ ਮੇਰਾ। ਮੈਨੂੰ ਪ੍ਰੈਗਨੈਂਸੀ ਹੋ ਗਈ। ਪ੍ਰੈਗਨੈਂਸੀ ਦੇ ਦੌਰਾਨ ਇਹ ਸੀਗਾ ਕਿ ਮੇਰੇ ਟਵਿੰਸ ਸੀਗੇ, ਮੇਰੇ ਬੱਚੇ ਜੁੜਵਾ ਸੀਗੇ। ਤੇ ਮੇਰੇ ਜਿਹੜੇ ਮਦਰ ਇਨ ਲਾਅ ਸੀਗੇ ਉਹ ਨੀਚੋਂ ਦੀ ਨਾ ਲਾਈਟ ਕੱਟ ਦਿੰਦੇ ਹੁੰਦੇ ਸੀਗੇ। ਜੂਨ ਜੁਲਾਈ ਦੀ ਬਹੁਤ ਗਰਮੀ ਦੇ ਵਿੱਚ ਮੈਂ ਉੱਪਰ ਹੁੰਦੀ ਸੀਗੀ। ਉਸ ਦੌਰਾਨ ਕਿ ਐਵੇਂ ਸੀ ਕਿ ਨੀਚੋਂ ਪਾਣੀ ਭਰ ਕੇ ਉੱਪਰ ਲੈ ਕੇ ਜਾਣਾ ਪੈਂਦਾ ਸੀਗਾ। ਆਪਣੇ ਬੈੱਡ ਤੇ ਪਾਣੀ ਛਿੜਕ ਕੇ ਆਪਣੇ ਆਪ ਨੂੰ ਹਨਾ ਠੰਡਾ ਰੱਖਣਾ ਹੁੰਦਾ ਸੀਗਾ। ਉੱਥੇ ਜਾ ਕੇ ਮੇਰੇ ਦੁੱਖ ਹੋਰ ਜ਼ਿਆਦਾ ਵੱਧ ਗਏ ਸੀਗੇ, ਘਟੇ ਨਹੀਂ ਸੀਗੇ। ਜਦੋਂ ਇੱਥੇ ਲਿਆਏ ਤੇ ਮੇਰੇ ਟਵਿੰਸ ਬੇਬੀ ਹੋਏ ਤੇ ਉਹਨਾਂ ਵਿੱਚੋਂ ਇੱਕੋ ਹੀ ਮੇਰੀ ਬੇਟੀ ਬਚੀ ਸੀਗੀ। 2 ਟਵਿੰਸ ਹੋਏ ਸੀਗੇ। ਪਰ ਮੈਨੂੰ ਡਾਕਟਰ ਨੇ ਇਹ ਵੀ ਕਹਿ ਦਿੱਤਾ ਸੀ, ਕਹਿੰਦੇ ਜੇ ਤੂੰ ਇੱਥੇ ਨਾ ਆਉਂਦੀ ਨਾ ਤੇਰੇ ਇਹ ਵੀ ਨਹੀਂ ਬਚਣੇ ਸੀਗੇ। ਮੈਨੂੰ ਲੱਗ ਗਿਆ ਕਿ ਹੁਣ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਹੈਗਾ, ਜਾਂ ਤਾਂ ਮੈਂ ਖਤਮ ਹੋ ਜਾਊਂਗੀ ਜਾਂ ਮੇਰੇ ਬੱਚੇ ਖਤਮ ਹੋ ਜਾਣਗੇ। ਉਸ ਤੋਂ ਵਧੀਆ ਕਿ ਮੈਂ ਇਹੀ ਆ ਕਿ ਮੈਂ ਅਲੱਗ ਹੋ ਕੇ ਆਪਣੀ ਲਾਈਫ ਜੀਵਾਂ। ਅੱਜ ਆਪਣੇ ਮੈਂ 3 ਬੱਚੇ ਲੈ ਕੇ ਇਕੱਲੀ ਜ਼ਿੰਦਗੀ ਜੀ ਰਹੀ ਹਾਂ, ਖੁਸ਼ ਹਾਂ ਮੈਂ। ਮੈਨੂੰ ਲੋਕੀ ਨਹੀਂ ਜੀਣ ਦਿੰਦੇ ਹੈਗੇ, ਲੋਕੀ ਨਹੀਂ ਜੀਣ ਦਿੰਦੇ ਹੈਗੇ। ਇਕੱਲੀ ਬੈਠੀ ਹਾਂ ਮੈਂ, ਤੁਹਾਡੇ ਘਰੋਂ ਤਾਂ ਨਹੀਂ ਆ ਕੇ ਖਾ ਰਹੀ ਨਾ, ਤੁਹਾਡੇ ਘਰੋਂ ਮੈਂ ਕਿਸੇ ਤੋਂ ਮੰਗ ਕੇ ਨਹੀਂ ਖਾ ਰਹੀ। ਮੈਂ ਆਪਣੇ ਘਰੇ ਬੈਠੀ ਹਾਂ, ਚਾਹੇ ਮੈਂ ਨਮਕ ਨਾ ਖਾ ਲਾਂ, ਚਾਹੇ ਮੈਂ ਅਚਾਰ ਨਾ ਖਾ ਲਾਂ। ਫਿਰ ਵੀ ਵੀਰੇ ਪਤਾ ਕੀ ਹੁੰਦਾ ਨਾ, ਲੋਕੀ ਤਾਨਾ ਮਾਰ ਦਿੰਦੇ ਨੇ। ਮਤਲਬ ਇੱਕ ਜਨਾਨੀ ਨੇ ਦੂਜੀ ਜਨਾਨੀ ਨੂੰ ਕਿਹਾ ਵੀ ਤੂੰ ਆਪਣਾ ਘਰ ਵਾਲਾ ਬਚਾ ਕੇ ਰੱਖੀ, ਤੂੰ ਆਪਣਾ ਮੁੰਡਾ ਬਚਾ ਕੇ ਰੱਖੀ। ਮੈਂ ਤੇ ਆਪਣਾ ਘਰ ਵਾਲਾ ਤੇ ਮੁੰਡਾ ਬਚਾ ਕੇ ਰੱਖਿਆ ਹੋਇਆ ਵਾ। ਕਈ ਵਾਰ ਨਾ ਰੋਣ ਨੂੰ ਇੰਨਾ ਜੀ ਕਰਦਾ ਵਾ, ਪਰ ਕੋਈ ਕੋਲ ਹੈ ਨਹੀਂਗਾ, ਕਿਹਦੇ ਨਾਲ ਰੋਵਾਂ। ਫਿਰ ਮੈਂ ਆਪਣੀ ਮੰਮੀ ਦੀ ਫੋਟੋ ਉਤਾਰ ਲੈਂਦੀ ਆ, ਪਾਪਾ ਦੇ ਐਵੇਂ ਉੱਪਰ ਹੱਥ ਰੱਖ ਕੇ, ਤੇ ਬਸ ਮੰਮੀ ਦੀ ਫੋਟੋ ਨਾਲ ਗੱਲਾਂ ਕਰਕੇ ਉਹਨਾਂ ਨਾਲ ਆਪਣੇ ਦਿਲ ਦੇ ਵਿੱਚ ਜਿੰਨੇ ਵੀ ਗੱਲਾਂ ਹੈਗੀਆਂ ਨੇ ਉਹਨਾਂ ਨਾਲ ਕਰਕੇ ਰੋ ਲੈਂਦੀ ਆ। ਇਹੀ ਕਹਿੰਦੀ ਆ ਕਿ ਜੇ ਤੂੰ ਛੱਡ ਕੇ ਗਈ ਸੀਗੀ ਫਿਰ ਮੈਨੂੰ ਵੀ ਨਾਲ ਲੈ ਜਾਂਦੀ, ਜੇ ਤੂੰ ਗਈ ਸੀਗੀ ਮੈਨੂੰ ਨਾਲ ਲੈ ਕੇ ਜਾਂਦੀ, ਮੈਨੂੰ ਇੱਥੇ ਇਸ ਦੁਨੀਆ ਤੇ ਛੱਡ ਕੇ ਨਾ ਜਾਂਦੀ। ਇਹ ਸੋਚਦੇ ਸੀਗੇ ਕਿ ਛੋਟੀ ਭੈਣ ਦਾ ਵਿਆਹ ਕਰਨਾ ਵਾ ਕੱਲ ਨੂੰ, ਉਹ ਆਪਣੇ ਸਹੁਰੇ ਚਲੇ ਜਾਊਗੀ ਤੇ ਮੈਂ ਆਪਣੇ ਸਹੁਰੇ ਬੈਠੀ ਆ, ਪਿੱਛੋਂ ਪਾਪਾ ਨੂੰ ਕੌਣ ਦੇਖੂਗਾ। ਤੇ ਇਸ ਕਰਕੇ ਫਿਰ ਪਾਪਾ ਦੀ ਸਾਰਿਆਂ ਨੇ ਇਹੀ ਸਲਾਹ ਦਿੱਤੀ ਕਿ ਵੀ ਮੈਰਿਜ ਕਰ ਦੇਣੀ ਚਾਹੀਦੀ ਹੈ ਪਾਪਾ ਦੀ। ਉਦੋਂ ਮੇਰੀ ਵੀ ਮੈਰਿਜ ਹੋ ਚੁੱਕੀ ਸੀਗੀ। ਮੇਰੇ ਨਾਲ ਹੋਇਆ ਨਾ ਕਦੇ ਕਿਸੇ ਨਾਲ ਨਾ ਹੋਵੇ। ਤੇ ਜਿਵੇਂ ਆਪਣੀਆਂ ਬੱਚੇ ਨਾ ਮਾਵਾਂ ਛੱਡ ਕੇ ਮਰ ਜਾਂਦੀਆਂ ਨੇ, ਕਦੇ ਵੀ ਇਹੋ ਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ ਹੈਗਾ। ਮਾਵਾਂ ਨੂੰ ਨਾ ਚਾਹੇ ਜਿੰਨੀ ਮਰਜ਼ੀ ਤੁਹਾਡੇ ਅੱਗੇ ਦੁੱਖ ਤਕਲੀਫ ਹੈਗੀ ਆ, ਤੁਸੀਂ ਆਪਣੀ ਦੁੱਖ ਤਕਲੀਫ ਨਾਲ ਲੜੋ, ਆਪਣੇ ਬੱਚੇ ਪਾਲੋ, ਤਾਂ ਕਿ ਤੁਹਾਨੂੰ ਕੱਲ ਨੂੰ ਨਾ ਤੁਹਾਡੇ ਬੱਚੇ ਉੱਠ ਕੇ ਕਹਿ ਨਾ ਦੇਣ ਕਿ ਹਾਂ ਵੀ ਸਾਡੀ ਮਾਂ ਤਾਂ ਐਵੇਂ ਮਰ ਗਈ ਸੀ, ਸਾਨੂੰ ਐਵੇਂ ਛੱਡ ਗਈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਘੈਂਟ ਪੰਜਾਬੀ। ਅੱਜ ਭੈਣ ਰਮਨਦੀਪ ਕੌਰ ਹੋਰਾਂ ਦੀ ਕਹਾਣੀ ਦਿਖਾਵਾਂਗੇ। ਉਹ ਭੈਣ ਜਿਹਦਾ ਬਹੁਤ ਹਰਿਆ ਭਰਿਆ ਪਰਿਵਾਰ ਹੁੰਦਾ। ਭੈਣ ਹੋਰਾਂ ਦੀ ਉਮਰ 5-7 ਸਾਲ ਦੀ ਹੁੰਦੀ ਆ ਜਦੋਂ ਉਹ ਆਪਣੀ ਮਾਂ ਦੀ ਮੌਤ ਹੁੰਦਿਆਂ ਅੱਖੀ ਦੇਖਦੇ ਆ। ਘਰ ਦੇ ਵਿੱਚ ਲੜਾਈ ਝਗੜੇ ਰਹਿੰਦੇ ਹੁੰਦੇ ਆ ਤਾਂ ਇੱਕ ਦਿਨ ਭੈਣ ਹੋਰਾਂ ਦੀ ਮਾਤਾ ਜੀ ਆਪਣੇ ਆਪ ਨੂੰ ਅੱਗ ਲਾ ਲੈਂਦੇ ਆ ਤੇ ਭੈਣ ਹੋਰੀ ਆਪਣੀ ਮਾਂ ਨੂੰ ਰੋਕ ਵੀ ਰਹੇ ਹੁੰਦੇ ਆ, ਪਰ ਭੈਣ ਦੇ ਰੋਕਦੇ ਇਹਨਾਂ ਦੇ ਮਾਤਾ ਜੀ ਖੁਦ ਨੂੰ ਅੱਗ ਲਾ ਲੈਂਦੇ ਆ। ਤੇ ਫਿਰ ਇਹਨਾਂ ਦੀ ਜ਼ਿੰਦਗੀ ਇੱਕ ਪਲਟਾ ਖਾਂਦੀ ਆ। ਤਾਂ ਫਿਰ ਇਹ ਸੋਚਿਆ ਜਾਂਦਾ ਕਿ ਜਿਹੜੇ ਇਹ ਭੈਣ ਭਰਾ ਨੇ, ਜਿਹੜੇ ਬੱਚੇ ਨੇ, ਇਹਨਾਂ ਨੂੰ ਕਿਸੇ ਰਿਸ਼ਤੇਦਾਰ ਕੋਲੇ ਛੱਡ ਦਈਏ, ਇਹਨਾਂ ਦੀ ਸਾਂਭ ਸੰਭਾਲ ਚੰਗੀ ਹੋ ਜੂਗੀ। ਰਿਸ਼ਤੇਦਾਰਾਂ ਕੋਲੇ ਛੱਡਿਆ ਜਾਂਦਾ, ਪਰ ਰਿਸ਼ਤੇਦਾਰ ਵੀ ਜਾਨਵਰਾਂ ਵਾਂਗ ਭੈਣ ਹੋਰੀ ਦੱਸਦੇ ਆ ਕਿ ਸਾਡੇ ਨਾਲ ਸਲੂਕ ਕਰਦੇ ਆ। ਘਰ ਦਾ ਸਾਰਾ ਕੰਮ ਸਾਡੇ ਤੋਂ ਕਰਾਇਆ ਜਾਂਦਾ, ਜਾਨਵਰਾਂ ਵਾਂਗੂ ਸਾਨੂੰ ਪਸ਼ੂਆਂ ਵਾਲੇ ਬਾੜੇ ਦੇ ਵਿੱਚ ਤਾੜਿਆ ਜਾਂਦਾ। ਉੱਥੇ ਸਾਡਾ ਰਹਿਣ ਸਹਿਣ ਹੁੰਦਾ। ਸਾਨੂੰ ਲੋਕਾਂ ਨੇ ਕੱਪੜੇ ਨਵੇਂ ਦੇ ਕੇ ਜਾਣੇ, ਪਰ ਨਵੇਂ ਕੱਪੜੇ ਉਹਨਾਂ ਨੇ ਆਪਣੇ ਬੱਚਿਆਂ ਦੇ ਪਵਾ ਦੇਣੇ ਤੇ ਪੁਰਾਣੇ ਕੱਪੜੇ ਸਾਨੂੰ ਦੇ ਦੇਣੇ। ਭੈਣ ਹੋਰੀ ਇਹ ਗੱਲ ਵੀ ਦੱਸਦੇ ਆ ਕਿ ਇੰਨਾ ਕੰਮ ਕਰਾਇਆ ਜਾਂਦਾ ਸੀ ਕਿ ਮੇਰੇ ਸਿਰ ਦੇ ਵਾਲਾਂ ਦੀਆਂ ਜੱਟਾਂ ਤੱਕ ਬਣ ਗਈਆਂ ਤੇ ਸਿਰ 'ਤੇ ਜੂਆਂ ਚੱਲਣ ਲੱਗ ਗਈਆਂ। ਫਿਰ ਇੱਕ ਦਿਨ ਅੱਕ ਕੇ ਭੈਣ ਹੋਰੀ ਆਪਣੇ ਫਾਦਰ ਸਾਹਿਬ ਨੂੰ ਇਹ ਗੱਲ ਕਹਿ ਦਿੰਦੇ ਆ ਕਿ ਮੈਂ ਇੱਥੇ ਨਹੀਂ ਰਹਿਣਾ, ਤੁਸੀਂ ਮੈਨੂੰ ਆਪਣੇ ਘਰੇ ਲੈ ਆਓ। ਤਾਂ ਫਿਰ ਘਰੇ ਲਿਆ ਕੇ ਥੋੜ੍ਹੇ ਸਮੇਂ ਬਾਅਦ ਹੀ ਭੈਣ ਹੋਰਾਂ ਦਾ ਰਿਸ਼ਤਾ ਕਰ ਦਿੱਤਾ ਜਾਂਦਾ, ਪਰ ਉਹ ਰਿਸ਼ਤਾ ਵੀ ਜ਼ਿਆਦਾ ਦੇਰ ਤੱਕ ਨਹੀਂ ਚੱਲਦਾ, ਭੈਣ ਹੋਰਾਂ ਦੀ ਨਹੀਂ ਬਣਦੀ। ਤਾਂ ਫਿਰ ਭੈਣ ਹੋਰੀ ਅੱਜ ਆਪਣੇ 3 ਬੱਚੇ ਸੂਟ ਸਿਲਾਈ ਕਰਕੇ ਪਾਲਦੇ। ਭੈਣ ਹੋਰਾਂ ਦਾ ਇਕਲੌਤਾ ਭਰਾ ਸੀ
ਜਿਹਦੀ ਲੜਾਈ ਝਗੜਿਆਂ ਕਾਰਨ ਉਹ ਵੀ ਆਪਣੀ ਖੁਦਕੁਸ਼ੀ ਕਰਕੇ ਜ਼ਿੰਦਗੀ ਖਤਮ ਕਰ ਲੈਂਦੇ ਆ। ਬਹੁਤ ਦੁੱਖ ਭਰੀ ਭੈਣ ਰਮਨਦੀਪ ਕੌਰ ਹੋਰਾਂ ਦੀ ਕਹਾਣੀ ਆ ਅੱਜ ਤੁਹਾਨੂੰ ਦਿਖਾਵਾਂਗੇ। ਮੇਰੇ ਨਾਲ ਭੈਣ ਮੌਜੂਦ ਹੈ। ਭੈਣੇ ਬਹੁਤ ਸਵਾਗਤ ਹੈ ਭੈਣ ਪੰਜਾਬੀ 'ਚ। ਸਤਿ ਸ਼੍ਰੀ ਅਕਾਲ ਵੀਰੇ। ਹੋ ਠੀਕ ਹੋ ਜੀ? ਹਾਂਜੀ। ਅੱਛਾ ਭੈਣ, ਕੀ ਕਹਾਣੀ ਤੁਹਾਡੀ ਜ਼ਿੰਦਗੀ ਦੀ ਰਹਿੰਦੀ ਆ? ਪਰਿਵਾਰ ਦੇ ਵਿੱਚ ਕੌਣ ਕੌਣ ਹੁੰਦਾ ਤੇ ਕੀ ਕਾਰਨ ਬਣਦੇ ਆ ਕਿ ਤੁਹਾਡੀ ਸਾਰੀ ਜ਼ਿੰਦਗੀ ਵੱਖਰੇ ਵੱਖਰੇ ਰੰਗ ਤੁਹਾਨੂੰ ਕੁਦਰਤ ਦਿਖਾਉਂਦੀ ਹੈ, ਹੈ ਨਾ? ਵੀਰੇ ਪਹਿਲਾਂ ਤਾਂ ਮਤਲਬ ਡੈਡੀ ਹੁੰਦੇ ਨੇ ਮੇਰੇ, ਮੰਮਾ ਹੁੰਦੇ ਨੇ, ਅਸੀਂ 3 ਭੈਣ ਭਰਾ ਹੁੰਦੇ ਨੇ। ਇੱਕ ਮੇਰਾ ਭਰਾ ਤੇ 2 ਅਸੀਂ ਭੈਣਾਂ। ਭੈਣ ਤਾਂ ਬਹੁਤ ਛੋਟੀ ਸੀਗੀ, ਮਤਲਬ 4 ਸਾਲ ਦੀ ਹੋਊਗੀ, ਤੇ ਮੈਂ ਸਭ ਤੋਂ ਵੱਡੀ ਸੀਗੀ ਤੇ ਮੇਰੇ ਤੋਂ 1 ਸਾਲ ਛੋਟਾ ਮੇਰਾ ਭਰਾ ਸੀਗਾ। ਤੇ ਮਤਲਬ ਉਦੋਂ ਜਿਹੜਾ ਬਚਪਨ ਸੀਗਾ ਬਸ ਓਨਾ ਕੀ ਬਚਪਨ ਅਸੀਂ ਦੇਖ ਪਾਏ ਆ, ਜਿੰਨਾ ਕੁ 6-7 ਸਾਲ ਦੀ ਉਮਰ ਤੱਕ। ਉਸ ਤੋਂ ਬਾਅਦ ਦਾ ਬਚਪਨ ਤਾਂ ਅਸੀਂ ਦੇਖਿਆ ਹੀ ਨਹੀਂ ਹੈਗਾ ਵੀ ਕਿਸ ਤਰ੍ਹਾਂ ਦਾ ਬਚਪਨ ਹੁੰਦਾ ਵਾ, ਕਿਸ ਤਰ੍ਹਾਂ ਦਾ ਨਹੀਂ ਹੁੰਦਾ ਹੈਗਾ। ਬਸ ਥੋੜਾ ਬਹੁਤਾ ਜਿਵੇਂ ਲੜਾਈ ਝਗੜਾ ਹਰ ਘਰ ਦੇ ਵਿੱਚ ਹੁੰਦਾ ਵਾ, ਹਰ ਘਰ ਦੇ ਵਿੱਚ ਚੱਲਦਾ ਹੁੰਦਾ ਲੜਾਈ ਝਗੜਾ, ਉਵੇਂ ਸਾਡੇ ਘਰ ਦੇ ਵਿੱਚ ਲੜਾਈ ਝਗੜਾ ਚੱਲਦਾ ਰਹਿੰਦਾ ਹੁੰਦਾ ਸੀਗਾ। ਕਦੇ ਮੰਮੀ ਲੜ ਪਏ, ਕਦੇ ਡੈਡੀ ਲੜ ਪਏ ਆਪਸ ਦੇ ਵਿੱਚ, ਹਨਾ, ਕਦੇ ਸ਼ਰੀਕੇ ਤਾਏ ਚਾਚੇ ਲੜ ਪਏ, ਐਵੇਂ ਲੜਾਈ ਝਗੜਾ ਹੁੰਦਾ ਰਹਿੰਦਾ ਸੀਗਾ। ਤੇ ਬਸ ਉਹ ਪਤਾ ਨਹੀਂ ਇੱਕ ਦਿਨ ਇਹੋ ਜਿਹਾ ਸੀਗਾ ਕਾਲਾ, ਜਿਹੜਾ ਦਿਨ ਕਹਿ ਦਿੰਦੇ ਆ ਕਿ ਜ਼ਿੰਦਗੀ ਦਾ ਉਹ ਦਿਨ ਜਿਹੜਾ ਮੇਰੀ ਜ਼ਿੰਦਗੀ ਤੇ ਗ੍ਰਹਿਣ ਲੱਗ ਗਿਆ। ਉਹ ਜ਼ਿੰਦਗੀ ਦਾ ਦਿਨ ਜਿਹੜਾ ਅੱਜ ਤੱਕ ਮੈਂ ਆਪਣੇ ਨਾਲ ਲੈ ਕੇ ਚੱਲਦੀ ਪਈ ਆ। ਬਸ ਪਾਪਾ ਨਾਲ ਥੋੜੀ ਜਿਹੀ ਮੰਮਾ ਦੀ ਕਿਸੇ ਗੱਲ ਤੋਂ ਬਹਿਸ ਹੋ ਗਈ ਤੇ ਲੜਾਈ ਝਗੜਾ ਹੋ ਗਿਆ ਉਹਨਾਂ ਦਾ ਆਪਸ ਦੇ ਵਿੱਚ ਹੀ। ਭੈਣ ਦੇ ਮੇਰੀ ਜਿਹੜੀ ਮਾਤਾ ਨਿਕਲੀ ਹੋਈ ਸੀਗੀ, ਤੇ ਉਸ ਟਾਈਮ ਨਾ ਪੀਣਾ ਪਾਪਾ ਨੂੰ ਮਨਾ ਸੀਗਾ ਡੈਡੀ ਨੂੰ, ਤੇ ਉਦੋਂ ਡੈਡੀ ਪੀ ਕੇ ਆ ਗਏ ਘਰ। ਬਸ ਨਿੱਕੀ ਜਿਹੀ ਗੱਲ ਤੋਂ ਮੰਮੀ ਦੀ ਲੜਾਈ ਜਿਹੜੀ ਹੈਗੀ ਆ ਵੱਧ ਗਈ ਉਹ, ਤੇ ਖਾਣਾ ਬਣਾਉਂਦੇ ਬਣਾਉਂਦੇ ਉਹਨਾਂ ਨੇ ਆਪਣੇ ਆਪ ਤੇ ਤੇਲ ਪਾ ਲਿਆ ਕਿ ਵੀ ਮੈਂ ਹੁਣ ਨਹੀਂ ਰਹਿਣਾ ਹੈਗਾ ਇੱਥੇ, ਮੈਂ ਮਰ ਜਾਣਾ ਐਵੇਂ ਕਰਕੇ। ਤੇ ਮੈਂ ਛੋਟੀ ਸੀਗੀ, ਪਰ ਇੰਨੀ ਕੁ ਪਤਾ ਨਹੀਂ ਰੱਬ ਨੇ ਉਸ ਟਾਈਮ ਤੇ ਮੇਰੇ ਤੇ ਕੀ ਇਹੋ ਜਿਹੀ, ਹਨਾ, ਵੀ ਮੈਨੂੰ ਇੰਨੀ ਕੁ ਸਮਝ ਦਿੱਤੀ ਕਿ ਮੈਂ ਚੱਕ ਕੇ ਜਿਹੜੀਆਂ ਮਾਚਿਸ ਦੀਆਂ ਡੱਬੀਆਂ ਹੈਗੀਆਂ ਨੇ ਮੈਂ ਸਾਰੀਆਂ ਲੁਕੋ ਦਿੱਤੀਆਂ। ਤੇ ਸਾਡੇ ਉਸ ਟਾਈਮ ਤੇ ਨਾ ਕਿਰਾਏਦਾਰ ਵੀ ਹੁੰਦੇ ਸੀਗੇ ਰੱਖੇ ਹੋਏ ਨਾ ਅਸੀਂ, ਕਿਉਂਕਿ ਸਾਡਾ ਬਹੁਤ ਵੱਡੀ ਜਗ੍ਹਾ ਸੀਗੀ, ਹੁਣ ਤਾਂ ਜਗ੍ਹਾ ਉਹ ਕੁਛ ਵੀ ਨਹੀਂ ਹੈਗੀ। ਤੇ ਉਹ ਕਿਰਾਏਦਾਰਾਂ ਨੂੰ ਵੀ ਮੈਂ ਮਤਲਬ ਮਨਾ ਕਰ ਦਿੱਤਾ ਕਿ ਮੰਮਾ ਜੇ ਕੋਈ ਚੀਜ਼ ਮੰਗਦੇ ਨੇ ਨਾ ਤੁਹਾਡੇ ਤੋਂ, ਮਾਚਿਸ ਮੰਗਦੇ ਨੇ, ਤੁਸੀਂ ਦੇਣਾ ਨਹੀਂ, ਬਸ ਬੂਹੇ ਬੰਦ ਕਰ ਲਓ ਆਪਣੇ। ਤੇ ਜਿਹੜੀਆਂ ਮੇਰੇ ਘਰ ਦੀਆਂ ਡੱਬੀਆਂ ਸੀਗੀਆਂ ਉਹ ਮੈਂ ਚੱਕ ਕੇ ਅਟੈਚੀ ਦੇ ਵਿੱਚ ਰੱਖ ਦਿੱਤੀਆਂ। ਤੇ ਉਸ ਤੋਂ ਬਾਅਦ ਮੰਮਾ ਨੇ ਮੈਨੂੰ ਨਾ ਮਰਨ ਦੀ ਧਮਕੀ ਦੇ ਦਿੱਤੀ ਵੀ ਤੈਨੂੰ ਮੈਂ ਮਾਰ ਦੇਣਾ ਵਾ, ਵੀ ਨਹੀਂ ਤਾਂ ਤੂੰ ਮੈਨੂੰ ਡੱਬੀਆਂ ਦੇ ਦੇ। ਹੁਣ ਬਚਪਨ ਸੀਗਾ, ਬਚਪਨ 'ਚ ਮਰਨ ਤੋਂ ਹਰ ਕੋਈ ਬੰਦਾ ਡਰਦਾ, ਹਨਾ, ਕਿ ਮੈਂ ਮਰ ਨਾ ਜਾਵਾਂ। ਬਸ ਉਹ ਡਰ ਦੇ ਕਰਕੇ ਨਾ ਮੈਂ ਮੰਮੀ ਨੂੰ ਮਾਚਿਸ ਫੜਾ ਦਿੱਤੀ ਚੱਕ ਕੇ। ਤੇ ਮੰਮੀ ਨੇ ਨਾ ਆਪਣੇ ਮਤਲਬ ਨਾ ਪਹੁੰਚੇ ਤੇ ਤੀਲੀ ਜਲਾ ਕੇ ਨਾ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਮੈਂ 2-3 ਵਾਰ ਤਾਂ ਐਵੇਂ ਹੱਥ ਮਾਰ ਕੇ ਬੁਝਾ ਦਿੱਤੀ ਅੱਗ। ਤੇ ਜਦੋਂ ਮੰਮੀ ਨੂੰ ਲੱਗਿਆ ਕਿ ਐਵੇਂ ਨਹੀਂ ਹੋਣਾ ਹੈਗਾ, ਤੇ ਮੰਮੀ ਨੇ ਮੈਨੂੰ ਪਿੱਛੇ ਧੱਕਾ ਮਾਰਤਾ, ਕਿਚਨ ਤੋਂ ਬਾਹਰ ਸਿੱਟ ਦਿੱਤਾ। ਤੇ ਉਸ ਤੋਂ ਬਾਅਦ ਕਿਚਨ ਦਾ ਜਿਹੜਾ ਦਰਵਾਜ਼ਾ ਬੰਦ ਕਰ ਲਿਆ। ਦਰਵਾਜ਼ਾ ਬੰਦ ਕਰਕੇ ਮੰਮਾ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਤੇ ਉਸ ਟਾਈਮ ਤੇ ਨਾ ਟੈਰੀਕੋਟ ਦੇ ਕੱਪੜੇ ਚੱਲਦੇ ਹੁੰਦੇ ਸੀਗੇ, ਉਹ ਟੈਰੀਕੋਟ ਦੇ ਕੱਪੜੇ ਮੰਮੀ ਦੇ ਪੂਰੇ ਸਰੀਰ ਦੇ ਨਾਲ ਲੱਗ ਗਏ। ਤੇ ਬਾਹਰ ਨਾ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਸੀਗੀ। ਤੇ ਬਾਰਿਸ਼ ਜਦੋਂ ਹੋ ਰਹੀ ਸੀਗੀ, ਉਹ ਪੂਰੀਆਂ ਅੱਗ ਦੀਆਂ ਜਿਹੜੀਆਂ ਲਪਟਾਂ ਸੀਗੀਆਂ ਉੱਪਰ ਨੂੰ ਜਾ ਰਹੀਆਂ ਸੀਗੀਆਂ। ਸਾਡਾ ਨਾ ਉਦੋਂ ਕੱਚਾ ਇੱਟਾਂ ਵਾਲਾ ਵਿਹੜਾ ਹੁੰਦਾ ਸੀਗਾ। ਇੱਟਾਂ ਵਾਲੇ ਵਿਹੜੇ ਦੇ ਵਿੱਚ ਥੋੜਾ ਜਿਹਾ ਜਿਵੇਂ ਪਾਣੀ ਇਕੱਠਾ ਹੋ ਜਾਂਦਾ ਨਾ, ਮੰਮਾ ਉੱਥੇ ਜਾ ਕੇ ਲੇਟ ਗਏ। ਪਾਪਾ ਮੇਰੇ ਅੱਗ ਲੱਗੀ ਹੋਈ ਸੀ? ਹਾਂਜੀ, ਮਤਲਬ ਉੱਥੇ ਜਾ ਕੇ ਲੇਟ ਗਏ। ਪਾਪਾ ਮੇਰੇ ਬਾਥਰੂਮ ਦੇ ਵਿੱਚੋਂ ਉਵੇਂ ਹੀ, ਹਨਾ, ਅੰਡਰਵੇਅਰ ਦੇ ਵਿੱਚ ਸੀਗੇ ਉਹ, ਉਵੇਂ ਹੀ ਮੇਰੇ ਪਾਪਾ ਭੱਜੇ ਆਏ ਬਾਹਰ, ਬਾਥਰੂਮ ਚੋਂ ਬਾਹਰ ਭੱਜੇ ਆਏ। ਉਹਨਾਂ ਨੇ ਮੰਮਾ ਜੋ ਕੀ ਹੁੰਦਾ ਕੰਬਲ ਹੁੰਦਾ ਵਾ ਉਸ ਟਾਈਮ ਤੇ, ਕਾਲੇ ਕੰਬਲ ਚੱਲਦੇ ਹੁੰਦੇ ਸੀਗੇ, ਉਹ ਪਾਪਾ ਨੇ ਫਟਾਫਟ ਚੱਕਿਆ ਕੰਬਲ ਤੇ ਮੰਮਾ ਨੂੰ ਐ ਲਪੇਟ ਲਿਆ। ਮੇਰੇ ਪਾਪਾ ਦੀ ਵੀ ਇੱਥੋਂ ਬਾਂਹ ਜਲੀ ਹੋਈ ਆ ਤੇ ਢਿੱਡ ਜਲਿਆ ਹੋਇਆ ਵਾ ਮੇਰੇ ਪਾਪਾ ਦਾ ਵੀ। ਅੱਛਾ, ਤੁਸੀਂ ਇਹ ਸਾਰਾ ਕੁਝ ਆਪਣੀ ਅੱਖੀ ਦੇਖ ਰਹੀ ਸੀ? ਇੱਕ 5-7 ਸਾਲ ਦਾ ਜਵਾਕ ਹੈ। ਭੈਣੇ ਉਹਨਾਂ ਦੇ ਪਿੱਛੋਂ ਆਵਾਜ਼ ਘੱਟ ਕਰਾਏ ਫੋਨ ਦੀ। ਤੇ ਮੇਰੇ ਪਾਪਾ ਨਾ ਟਰੱਕ ਚਲਾਉਂਦੇ ਹੁੰਦੇ ਸੀਗੇ ਪਾਪਾ। ਤੇ ਸਾਨੂੰ ਪਾਪਾ ਨੇ 3 ਭੈਣ ਭਰਾਵਾਂ ਨੂੰ ਟਰੱਕ ਦੇ ਵਿੱਚ ਬਿਠਾ ਕੇ ਮੰਮਾ ਨੂੰ ਨਾ ਹਸਪੀਟਲ ਐਡਮਿਟ ਕਰਾ ਦਿੱਤਾ। ਦਿਆਨੰਦ ਹਸਪੀਟਲ ਐਡਮਿਟ ਕਰਾਇਆ ਮੰਮਾ ਨੂੰ। ਤੇ ਮੰਮਾ ਨੂੰ ਹਸਪੀਟਲ ਉੱਥੇ ਐਡਮਿਟ ਕਰਾਇਆ ਤੇ ਪੂਰਾ ਮੰਮੀ ਦੀ ਬੋਡੀ ਜਲ ਚੁੱਕੀ ਸੀ, ਦਿਲ ਨੂੰ ਜ਼ਿਆਦਾ ਸੇਕ ਲੱਗ ਚੁੱਕਿਆ ਸੀਗਾ, ਸਿਰਫ ਚਿਹਰਾ ਬਚਿਆ ਸੀਗਾ। ਚਿਹਰੇ ਨੂੰ ਮੰਮਾ ਦੇ ਨੂੰ ਕੁਝ ਨਹੀਂ ਹੋਇਆ ਸੀਗਾ, ਮੰਮਾ ਦਾ ਚਿਹਰਾ ਉਵੇਂ ਹੀ ਸੀਗਾ। ਤੇ ਦਿਲ ਨੂੰ ਸੇਕ ਲੱਗਣ ਦੀ ਕਰਕੇ ਜ਼ਿਆਦਾ ਦੇਰ ਉਹ ਜੀ ਨਹੀਂ ਪਾਏ ਹੈਗੇ। ਮਤਲਬ ਉਹਦੇ ਵਿੱਚ ਮੇਰੇ ਪਾਪਾ ਦੀ ਅੱਧੀ ਪ੍ਰੋਪਰਟੀ ਤਾਂ ਉਸ ਇਲਾਜ ਦੇ ਵਿੱਚ ਚਲੇ ਗਈ ਮੇਰੇ ਪਾਪਾ ਦੀ। ਤੇ ਜਦੋਂ ਇਲਾਜ ਕਰਾਉਂਦੇ ਪਰ ਇਲਾਜ ਕਰਾਉਣ ਤੋਂ ਬਾਅਦ ਵੀ ਜਦੋਂ ਨਹੀਂ ਬਚੇ ਨਾ, ਉਦੋਂ ਬਸ ਪਤਾ ਨਹੀਂ ਕੀ ਹੋਇਆ ਮੈਨੂੰ, ਮੇਰੇ ਉਦੋਂ ਅੱਖਾਂ ਉੱਪਰ ਚੜ ਚੁੱਕੀਆਂ ਸੀਗੀਆਂ।
ਮੈਨੂੰ ਕੁਝ ਨਹੀਂ ਪਤਾ ਸੀਗਾ ਕਿ ਮੇਰੇ ਨਾਲ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਕੀ ਭਾਣਾ ਵਰਤ ਗਿਆ ਸਾਡੇ ਤੇ। ਇੰਨੇ ਅਸੀਂ ਖੁਸ਼ ਸੀਗੇ ਸਾਰੇ ਜਾਣੇ, ਤੇ ਚਲੋ ਸਭ ਕੁਝ ਹੋ ਜਾਂਦਾ, ਸਭ ਕੁਝ ਖਤਮ ਹੋ ਜਾਂਦਾ। ਉਹ ਮੰਮੀ ਕਹਿੰਦੇ ਹੁੰਦੇ ਆ ਨਾ, ਇੱਕ ਮਾਂ ਦੇ ਨਾਲ ਇੱਕ ਪਰਿਵਾਰ, ਇੱਕ ਬੱਚੇ, ਸਭ ਕੁਝ ਪਿੱਛੇ ਸਭ ਕੁਝ ਖਤਮ ਹੋ ਜਾਂਦਾ ਵਾ, ਕੁਝ ਨਹੀਂ ਰਹਿੰਦਾ ਹੈਗਾ ਪਿੱਛੇ। ਜਦੋਂ ਇੱਕ ਮਾਂ ਖਤਮ ਹੋ ਜਾਂਦੀ ਹੈ ਨਾ, ਉਹਦਾ ਪੂਰਾ ਟੱਬਰ, ਉਹਦਾ ਪੂਰਾ ਪਰਿਵਾਰ, ਉਹਦੇ ਪੂਰੇ ਬੱਚੇ ਖਤਮ ਹੋ ਜਾਂਦੇ ਨੇ। ਤੇ ਫਿਰ ਉਸ ਤੋਂ ਬਾਅਦ ਜਦੋਂ ਕੋਈ ਸਾਂਭਣ ਵਾਲਾ ਹੈ ਨਹੀਂ ਸੀਗਾ, ਨਾ ਦਾਦਾ ਦਾਦੀ, ਨਾ ਤਾਇਆ ਚਾਚੀ, ਹੈ ਨਾ, ਕੋਈ ਨਹੀਂ ਸੀਗਾ ਸਾਂਭਣ ਵਾਲਾ। ਜਦੋਂ ਮੰਮਾ ਆਪਣੇ ਆਪ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਦੇ ਨੇ। ਛੋਟੀ ਭੈਣ ਆ, ਉਹ ਤਾਂ ਬਹੁਤ ਛੋਟੀ ਸੀਗੀ, ਉਹਨੂੰ ਤਾਂ ਪਤਾ ਹੀ ਨਹੀਂ ਹੈਗਾ। ਉਹਨੂੰ ਤਾਂ ਮੈਨੂੰ ਲੱਗਦਾ ਹਲੇ ਵੀ ਨਹੀਂ ਪਤਾ ਹੋਣਾ ਹੈਗਾ ਕਿ ਉਸ ਟਾਈਮ ਤੇ ਕੀ ਹੋਇਆ ਉਹਦੇ ਨਾਲ, ਕੀ ਨਹੀਂ ਕੀ ਬੀਤਿਆ। ਉਸ ਟਾਈਮ ਉਹਨੂੰ ਮੰਮੀ ਨਾ ਸੇਬ ਕੱਟ ਕੇ ਦੇ ਦਿੰਦੇ ਨੇ, ਉਹ ਆਪਣਾ ਆਰਾਮ ਨਾਲ ਮਸਤ ਹੋ ਕੇ ਸੇਬ ਖਾ ਰਹੀ ਆ, ਉਹਨੂੰ ਕੋਈ ਪਤਾ ਨਹੀਂ ਹੈਗਾ ਕੀ ਹੋ ਰਿਹਾ ਸੀਗਾ ਕੀ ਨਹੀਂ ਹੋ ਰਿਹਾ ਸੀਗਾ। ਐਵੇਂ ਬਸ ਚਲੋ ਹਸਪੀਟਲ ਦੇ ਵਿੱਚ 1.5-2 ਮਹੀਨਾ ਮੰਮੀ ਰਹਿੰਦੇ ਨੇ। ਉਸ ਤੋਂ ਬਾਅਦ ਕਿ ਮਤਲਬ ਮੰਮਾ ਦੀ ਡੈਥ ਹੋ ਜਾਂਦੀ ਹੈ, ਕਿਉਂਕਿ ਦਿਲ ਨੂੰ ਜ਼ਿਆਦਾ ਸੇਕ ਲੱਗ ਚੁੱਕਿਆ ਸੀ, ਡਾਕਟਰ ਜਵਾਬ ਦੇ ਚੁੱਕੇ ਸੀਗੇ। ਤੇ ਉਸ ਤੋਂ ਬਾਅਦ ਚਲੋ ਮੰਮਾ ਦੀ ਡੈਥ ਹੋ ਜਾਂਦੀ ਆ। ਫਿਰ ਮੰਮਾ ਨੂੰ ਘਰ ਲੈ ਕੇ ਆਉਂਦੇ ਨੇ, ਸਾਡਾ ਮਤਲਬ ਮੰਮਾ ਦਾ ਸੰਸਕਾਰ ਵਗੈਰਾ ਕੀਤਾ ਜਾਂਦਾ ਵਾ। ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਪੇਕੇ ਹੁੰਦੇ ਨੇ, ਉਹ ਵੀ ਪਿੱਛੇ ਹਟ ਜਾਂਦੇ ਨੇ, ਹਨਾ। ਮਾਂ ਦੇ ਨਾਲ ਪੇਕੇ ਵੀ ਖਤਮ ਹੋ ਜਾਂਦੇ ਨੇ, ਨਾਨਕੇ ਵੀ ਖਤਮ ਹੋ ਜਾਂਦੇ ਨੇ। ਕੋਈ ਨਹੀਂ ਆ ਕੇ ਸਾਰ ਪੁੱਛਦਾ ਹੁੰਦਾ ਹੈਗਾ ਮਾਂ ਤੋਂ ਬਗੈਰ। ਜਦੋਂ ਮਾਂ ਖਤਮ ਹੋ ਜਾਂਦੀ ਹੈ ਨਾ, ਕੋਈ ਨਹੀਂ ਪੁੱਛਦਾ ਹੈਗਾ ਆ ਕੇ। ਤੇ ਉਸ ਤੋਂ ਬਾਅਦ ਜਦੋਂ ਮਤਲਬ ਲੈ ਕੇ ਆਉਂਦੇ ਨੇ, ਥੋੜਾ ਟਾਈਮ ਅਸੀਂ ਤਾਈ ਜੀ ਦੇ ਕੋਲ ਰਹਿੰਦੇ ਆ। ਤਾਈ ਜੀ ਦੇ ਕੋਲ ਅੱਛਾ, ਉਦੋਂ ਤੁਹਾਡੇ ਛੋਟੇ ਭੈਣ ਭਰਾਵਾਂ ਨੂੰ ਸੁਰਤ ਹੁੰਦੀ ਹੈ ਕਿ ਸਾਡੀ ਮਾਂ ਇਸ ਦੁਨੀਆ ਤੇ ਨਹੀਂ ਹੈਗੀ, ਜਾਂ ਉਹਨਾਂ ਨੂੰ ਕੋਈ ਹੋਸ਼ ਨਹੀਂ ਹੁੰਦੀ ਉਸ ਵਕਤ? ਵੀਰੇ ਛੋਟੀ ਭੈਣ ਨੂੰ ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨੂੰ ਕੁਝ ਵੀ ਪਤਾ ਹੋਊਗਾ ਕਿ ਕੀ ਹੋਇਆ ਵਾ ਕੀ ਨਹੀਂ। ਉਹਨੂੰ ਤਾਂ ਅੱਜ ਵੀ ਮੈਂ ਪੁੱਛ ਲੂੰਗੀ ਨਾ ਵੀ ਕੁਝ ਤੈਨੂੰ ਯਾਦ ਆ, ਉਹ ਕਹੂਗੀ ਮੈਨੂੰ ਨਹੀਂ ਕੁਝ ਵੀ ਯਾਦ ਹੈਗਾ। ਉਹਨੂੰ ਕੁਝ ਨਹੀਂ ਯਾਦ ਹੈਗਾ, ਤੇ ਨਾ ਮੈਨੂੰ ਲੱਗਦਾ ਉਹਦਾ ਹੈ ਵੀ ਨਹੀਂ ਇੰਨਾ ਵੀ ਮੰਮੀ ਦੇ ਨਾਲ ਵੀ ਇੰਨਾ ਹੈਗਾ। ਕਦੇ ਕਦੇ ਤਾਂ ਯਾਦ ਕਰਦੀ ਹੁੰਦੀ ਆ, ਬਟ ਉਹਨੂੰ ਇੰਨਾ ਨਹੀਂ ਪਤਾ ਹੈਗਾ, ਕਿਉਂਕਿ 5 ਸਾਲ ਦਾ ਬੱਚਾ, ਹਨਾ, ਕੁਝ ਨਹੀਂ ਸਮਝ ਹੁੰਦੀ ਹੈਗੀ ਉਹਨੂੰ ਵੀ ਕੀ ਹੋਇਆ ਵਾ ਕੀ ਨਹੀਂ ਹੋਇਆ। ਭਰਾ ਮੇਰੇ ਤੋਂ 1 ਸਾਲ ਛੋਟਾ ਸੀ, ਉਹਨੂੰ ਸਮਝ ਸੀਗੀ, ਤੇ ਅਸੀਂ ਦੋਨੋਂ ਆਪਸ ਦੇ ਵਿੱਚ ਕਾਫੀ ਸਾਡੀ ਬਣਦੀ ਸੀਗੀ। ਅੱਛਾ, ਤੇ ਫਿਰ ਭੈਣੇ ਜਦੋਂ ਸੰਸਕਾਰ ਹੁੰਦਾ, ਤੁਸੀਂ ਆਪਣੇ ਭੈਣ ਭਰਾਵਾਂ ਨੂੰ ਸਾਂਭਦੇ ਹੋ ਉਦੋਂ ਉਸ ਵਕਤ? ਵੀਰੇ ਉਦੋਂ ਮੈਨੂੰ ਆਪਦੀ ਹੋਸ਼ ਨਹੀਂ ਸੀਗੀ, ਹਨਾ। ਮੇਰੀਆਂ ਨਾ ਅੱਖਾਂ ਉੱਪਰ ਚੜ ਚੁੱਕੀਆਂ ਸੀਗੀਆਂ, ਮੈਂ ਬੇਹੋਸ਼ ਹੋ ਚੁੱਕੀ ਸੀਗੀ, ਬੇਹੋਸ਼ ਹੋ ਗਈ ਸੀਗੀ। ਕਿਉਂਕਿ ਮੈਨੂੰ ਜਦੋਂ ਸੰਸਕਾਰ ਕੀਤਾ ਵਾ, ਮੈਨੂੰ ਅੰਦਰ ਨਹੀਂ ਲੈ ਕੇ ਗਏ ਹੈਗੇ, ਕਿ ਮੇਰੀ ਉਦੋਂ ਇੰਨੀ ਕੁ ਹਾਲਤ ਖਰਾਬ ਹੋ ਚੁੱਕੀ ਸੀਗੀ। ਕਿਉਂਕਿ ਅੱਖਾਂ ਸਾਹਮਣੇ ਉਹ ਸਾਰਾ ਜਿਹੜਾ ਮਤਲਬ ਜੋ ਵੀ ਹੋਇਆ ਸਭ ਕੁਝ ਦੇਖਣਾ, ਤੇ ਉਹ ਨਾ ਇੱਕ ਬੱਚੇ ਦੇ ਮਾਈਂਡ ਦੇ ਵਿੱਚ ਨਾ ਬੈਠ ਜਾਂਦੀ ਆ ਉਹ ਚੀਜ਼ ਨਾ। ਉਹ ਸ਼ਾਇਦ ਅੱਜ ਵੀ ਮੇਰੇ ਅੰਦਰ ਬੈਠੀ ਹੋਈ ਆ, ਤੇ ਉਹ ਚੀਜ਼ ਮੈਂ ਸ਼ਾਇਦ ਨਾ ਕਦੇ ਵੀ ਨਹੀਂ ਕੱਢ ਪਾਉਂਗੀ ਵੀ ਜੋ ਮੇਰੇ ਨਾਲ ਹੋਇਆ ਨਾ ਕਦੇ ਕਿਸੇ ਨਾਲ ਨਾ ਹੋਵੇ। ਤੇ ਜਿਵੇਂ ਆਪਣੀਆਂ ਬੱਚੇ ਨਾ ਮਾਵਾਂ ਛੱਡ ਕੇ ਮਰ ਜਾਂਦੀਆਂ ਨੇ, ਕਦੇ ਵੀ ਇਹੋ ਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ ਹੈਗਾ। ਮਾਵਾਂ ਨੂੰ ਨਾ ਚਾਹੇ ਜਿੰਨੀ ਮਰਜ਼ੀ ਤੁਹਾਡੇ ਅੱਗੇ ਦੁੱਖ ਤਕਲੀਫ ਹੈਗੀ ਆ, ਤੁਸੀਂ ਆਪਣੀ ਦੁੱਖ ਤਕਲੀਫ ਨਾਲ ਲੜੋ, ਆਪਣੇ ਬੱਚੇ ਪਾਲੋ, ਤਾਂ ਕਿ ਤੁਹਾਨੂੰ ਕੱਲ ਨੂੰ ਨਾ ਤੁਹਾਡੇ ਬੱਚੇ ਉੱਠ ਕੇ ਕਹਿ ਨਾ ਦੇਣ ਕਿ ਹਾਂ ਵੀ ਸਾਡੀ ਮਾਂ ਤਾਂ ਐਵੇਂ ਮਰ ਗਈ ਸੀਗੀ, ਸਾਨੂੰ ਐਵੇਂ ਛੱਡ ਗਈ। ਮੈਂ ਵੀ ਕਹਿ ਦਿੰਦੀ ਅੱਜ ਕਿ ਕਾਸ਼ ਮੇਰੀ ਮਾਂ ਮਰੀ ਹੈ ਨਾ, ਮੈਨੂੰ ਵੀ ਨਾਲ ਲੈ ਕੇ ਮਰ ਜਾਂਦੀ, ਕਿ ਮੈਂ ਨਾ ਇਹ ਚੀਜ਼ਾਂ ਨਾ ਦੇਖਦੀ। ਸ਼ਾਇਦ ਜੇ ਮੇਰੀ ਮਾਂ ਮੈਨੂੰ ਨਾਲ ਲੈ ਕੇ ਮਰ ਜਾਂਦੀ, ਅੱਜ ਉਹ ਚੀਜ਼ਾਂ ਮੈਂ ਭੁਗਤ ਰਹੀ ਹਾਂ ਨਾ, ਮੈਂ ਵੀ ਦੁੱਖ ਕੱਟ ਰਹੀ ਹਾਂ, ਤੇ ਮੈਂ ਵੀ ਆਪਣੇ ਬੱਚੇ ਪਾਲ ਰਹੀ ਹਾਂ, ਮੈਂ ਦੁੱਖ ਕੱਟ ਕੇ ਪਾਲ ਰਹੀ ਹਾਂ। ਮੈਨੂੰ ਪਤਾ ਕਿਉਂਕਿ ਜੋ ਮੈਂ ਝੇਲਿਆ ਨਾ, ਮੇਰੇ ਬੱਚੇ ਨਾ ਝੇਲਣ, ਇਸ ਕਰਕੇ ਮੈਂ ਇਹਨਾਂ ਦੀ ਖਾਤਰ ਅੱਜ ਨਹੀਂ ਮਰਨ ਨੂੰ ਤਾਂ ਮੇਰੇ ਕੋਲ ਵੀ ਬਹੁਤ, ਹਨਾ, ਵੀ ਮੈਂ ਵੀ ਜਾਨ ਦੇ ਸਕਦੀ ਹਾਂ ਆਪਦੀ, ਬਟ ਨਹੀਂ ਮੈਨੂੰ, ਕਿਉਂਕਿ ਮੈਂ ਚੀਜ਼ਾਂ ਦੇਖੀਆਂ ਹੋਈਆਂ ਨੇ। ਮੈਂ ਨਹੀਂ ਚਾਹੁੰਦੀ ਕਿ ਮੇਰੇ ਬੱਚੇ ਉਹ ਚੀਜ਼ਾਂ ਦੁਬਾਰਾ ਦੇਖਣ ਜੋ ਮੈਂ ਚੀਜ਼ਾਂ ਦੇਖ ਚੁੱਕੀ ਹਾਂ। ਫਿਰ ਉਸ ਤੋਂ ਬਾਅਦ ਨਾ ਜਦੋਂ ਮੰਮਾ ਦੀ ਡੈਥ ਹੋ ਜਾਂਦੀ ਆ, ਤੇ ਪਾਪਾ ਕਹਿ ਦਿੰਦੇ ਨੇ ਕਿ ਮੈਂ, ਹਨਾ, ਵੀ ਮੈਂ ਕੰਮ ਕਰੂੰਗਾ ਜਾਂ ਤੁਹਾਨੂੰ ਸਾਂਭੂਗਾ। ਤੇ ਪਾਪਾ ਸਾਡੇ ਰਿਸ਼ਤੇਦਾਰਾਂ ਦੇ ਕੋਲ ਸਾਨੂੰ ਛੱਡ ਆਉਂਦੇ ਨੇ, ਤਿੰਨੋਂ ਭੈਣ ਭਰਾਵਾਂ ਨੂੰ ਛੱਡ ਆਉਂਦੇ ਨੇ। ਉੱਥੇ ਜਾ ਕੇ ਪਹਿਲਾਂ ਤਾਂ ਸਾਡਾ ਤਾਂ ਬਿਲਕੁਲ ਵੀ ਜੀ ਨਹੀਂ ਲੱਗਦਾ ਹੈਗਾ, ਬਾਰ-ਬਾਰ ਉਹੀ ਜੋ ਪਿੱਛਾ ਸੀਗਾ ਮੇਰਾ, ਹਨਾ, ਮੇਰੇ ਪੇਕੇ ਸੀਗੇ, ਉਹੀ ਬਾਰ-ਬਾਰ ਚੇਤਾ ਆਉਂਦਾ। ਤੇ ਬਸ ਦਿਲ ਐਂ ਕਰਦਾ ਸੀ ਕਿ ਉੱਥੇ ਜਾ ਕੇ ਬਹਿ ਜਾਵਾਂ, ਚਾਹੇ ਕੁਝ ਵੀ ਨਾ ਮਿਲੇ ਉੱਥੋਂ ਮੈਨੂੰ, ਬਸ ਉੱਥੇ ਜਾ ਕੇ ਹੀ ਬਹਿ ਜਾਵਾਂ। ਤੇ ਥੋੜੇ ਦਿਨ ਤਾਂ ਪਹਿਲਾਂ ਤਾਂ ਬਿਲਕੁਲ ਵੀ ਦਿਲ ਨਾ ਲੱਗਿਆ, ਪਰ ਇਹ ਕਹਿੰਦੇ ਹੁੰਦੇ ਨੇ ਨਾ, ਜਦੋਂ ਵਕਤ ਦੀ ਮਾਰ ਪਈ ਹੋਵੇ ਸਿਰ ਤੇ, ਫਿਰ ਤਾਂ ਸਭ ਕੁਝ ਕੱਟਣੀਆਂ ਪੈਂਦੀਆਂ ਨੇ। ਤੇ ਬਸ ਉਹੀ ਸਮਝ ਲਿਆ ਕਿ ਇੱਕ ਤਰ੍ਹਾਂ ਨਾਲ ਕਿ ਹੁਣ ਵਕਤ ਦੀ ਮਾਰ ਪਈ ਆ, ਤੇ ਉਹ ਕੱਟਣੀ ਹੀ ਪੈਣੀ ਆ ਜ਼ਿੰਦਗੀ ਜਿਹੜੀ ਦਿੱਤੀ ਆ ਰੱਬ ਨੇ, ਉਹ ਕੱਟਣੀ ਪੈਣੀ ਆ। ਬਸ ਥੋੜੇ ਟਾਈਮ ਬਾਅਦ ਐਵੇਂ ਜਿਵੇਂ, ਹਨਾ, ਲਾਈਫ ਥੋੜੀ ਚੱਲਦੀ ਰਹੀ। ਬਸ ਉਹਨਾਂ ਦੀਆਂ ਉਹਨਾਂ ਨੂੰ ਇਹ ਹੋ ਗਿਆ ਕਿ ਸਾਡੇ ਗਲ ਪੈ ਗਏ ਨੇ ਇਹ, ਹਨਾ, ਬੱਚੇ ਸਾਡੇ ਗਲ ਪੈ ਗਏ ਨੇ, ਜਿਵੇਂ ਨਾ ਜਿਵੇਂ ਕਰਕੇ ਇਹਨਾਂ ਨੂੰ ਪਾਲਣਾ ਹੀ ਪੈਣਾ ਵਾ। ਜੇ ਤੁਹਾਡੇ ਤੋਂ ਨਹੀਂ ਪਾਲੇ ਜਾਂਦੇ ਨਾ, ਤੁਸੀਂ ਜਵਾਬ ਦੇ ਸਕਦੇ ਹੋ ਕਿਸੇ ਨੂੰ ਵੀ ਅਸੀਂ ਨਹੀਂ ਪਾਲ ਸਕਦੇ ਹੈਗੇ। ਕਿਸੇ ਦੇ ਛੋਟੇ ਬੱਚਿਆਂ ਨਾਲ ਤੁਸੀਂ ਉਹਨਾਂ ਦੇ ਦਿਲ ਦੇ ਵਿੱਚ ਇਹੋ ਜਿਹੇ ਜ਼ਖਮ ਕਰ ਦਿੰਦੇ ਹੋ ਨਾ ਕਿ ਉਹ ਪੂਰੀ ਜ਼ਿੰਦਗੀ ਨਹੀਂ ਜਾਣਗੇ ਜ਼ਖਮ। ਜੋ ਮੇਰੇ ਨਾਲ ਹੋਏ ਨੇ, ਜਿਵੇਂ ਸਗੇ ਰਿਸ਼ਤੇਦਾਰਾਂ ਨੂੰ ਮੈਂ ਕਹਿ ਰਹੀ ਹਾਂ ਅੱਜ, ਸਗੇ ਰਿਸ਼ਤੇਦਾਰਾਂ ਨੇ ਜਿਨ੍ਹਾਂ ਨੇ ਸਾਨੂੰ ਪਾਲਿਆ, ਪਾਲ ਕੇ ਅਹਿਸਾਨ ਤਾਂ ਸਾਡੇ ਤੇ ਜ਼ਰੂਰ ਕਰ ਦਿੱਤਾ ਵਾ,
ਪਾਲ ਕੇ ਅਹਿਸਾਨ ਜ਼ਰੂਰ ਕਰ ਦਿੱਤਾ, ਪਰ ਦਿਲ ਦੇ ਵਿੱਚ ਜ਼ਖਮ ਜੋ ਦਿੱਤੇ ਨੇ ਨਾ ਉਹ ਕਦੇ ਨਹੀਂ ਭਰਨੇ ਹੈਗੇ। ਅੱਛਾ, ਫਿਰ ਉੱਥੇ ਜਾ ਕੇ ਭੈਣੇ ਕੀ ਮਾਹੌਲ ਬਣਦਾ ਹੈਗਾ ਜਦੋਂ ਤੁਸੀਂ ਪਹਿਲੇ ਦਿਨ ਜਾਂਦੇ ਹੋ? ਤੁਸੀਂ ਦੱਸਦੇ ਹੋ ਵੀ ਇੱਥੇ ਜੀ ਨਹੀਂ ਲੱਗਦਾ, ਚਾਹੇ ਮੇਰਾ ਪਿਓ ਦਾ ਪਰਿਵਾਰ ਉਹ ਖਾਲੀ ਹੋ ਗਿਆ ਸੀਗਾ, ਪਰ ਫਿਰ ਵੀ ਮੈਨੂੰ ਲੱਗਦਾ ਸੀ ਕਿ ਕੁਛ ਨਾ ਕੁਛ ਤਾਂ ਜੁੜਿਆ, ਉੱਥੇ ਜ਼ਿੰਦਗੀ ਚੰਗੀ ਲੰਘ ਸਕਦੀ ਹੈ ਇਹਦੇ ਨਾਲੋਂ ਤਾਂ। ਫਿਰ ਉੱਥੇ ਜਾ ਕੇ ਸਭ ਤੋਂ ਪਹਿਲੇ ਦਿਨ ਕੀ ਮਾਹੌਲ ਬਣਦਾ ਗਾ? ਪਹਿਲੇ ਦਿਨ ਤਾਂ ਵੀਰੇ ਮਾਹੌਲ ਐਵੇਂ ਦਾ ਸੀਗਾ ਕਿ ਏਜ ਦਾ ਹੀ ਨਹੀਂ ਪਤਾ ਸੀਗਾ ਵੀ ਉੱਥੇ ਜਾ ਕੇ ਅਸੀਂ ਕਰਨਾ ਕੀ ਆ, ਪੜਾਂਗੇ ਜਾਂ ਅਸੀਂ ਕੀ ਕਰਾਂਗੇ। ਮੈਂ ਬਹੁਤ ਇੰਟੈਲੀਜੈਂਟ ਸੀਗੀ, ਪੜਨ ਦੇ ਵਿੱਚ ਨਾ ਬਹੁਤ ਹੁਸ਼ਿਆਰ ਸੀਗੀ, ਤੇ ਇਹੀ ਉਮੀਦ ਕਰਕੇ ਗਈ ਸੀਗੀ ਕਿ ਸ਼ਾਇਦ ਉੱਥੇ ਹਨਾ ਜਾ ਕੇ ਪੜੂੰਗੀ ਮੈਂ, ਕਿਉਂਕਿ ਮੇਰਾ ਪਹਿਲੇ ਹੀ 2 ਸਾਲ ਮੇਰੇ ਖਰਾਬ ਹੋ ਚੁੱਕੇ ਸੀਗੇ। ਤੀਜੀ 'ਚ ਪੜ੍ਹਦੀ ਸੀ ਜਦੋਂ ਮੰਮੀ ਦੀ ਡੈਥ ਹੋਈ ਆ। ਜਦੋਂ ਉੱਥੇ ਪਹੁੰਚੇ ਤੇ ਮਤਲਬ ਮੰਮੀ ਦਾ ਹਲੇ ਦੁੱਖ ਤਾਂ ਜਿਹੜਾ ਸੀਗਾ ਉਹ ਖਤਮ ਹੀ ਨਹੀਂ ਹੋਇਆ ਸੀਗਾ, ਉਹਨਾਂ ਦੀਆਂ ਯਾਦਾਂ 'ਚੋਂ ਹਲੇ ਬਾਹਰ ਹੀ ਨਹੀਂ ਨਿਕਲ ਪਾਈ ਸੀਗੀ ਕਿ ਕਿਵੇਂ ਕੀ ਤੋਂ ਕੀ ਹੋ ਗਿਆ ਵਾ। ਉੱਥੇ ਜਾਂਦੇ ਹੀ ਜਿਹੜੇ ਇਹ ਸੀਗਾ ਕਿ ਕੰਮ ਕਰਨੇ ਨੇ, ਉੱਥੇ ਸਾਨੂੰ ਕੰਮ ਕਰਨ ਨੂੰ ਦਿੱਤੇ ਗਏ ਵੀ ਆਹ ਝਾੜੂ ਲਾਣਾ ਵਾ, ਤੁਸੀਂ ਇੱਥੋਂ ਮੱਝਾਂ ਦੇ ਡੰਗਰਾਂ ਦੇ ਨੀਚੇ ਸਫਾਈ ਕਰਨੀ ਆ, ਗੋਹਾ ਸੁੱਟਣਾ, ਕੂੜਾ ਸੁੱਟਣਾ ਵਾ, ਤਸਲਾ ਸਿਰ ਤੇ ਰੱਖ ਕੇ ਕੂੜਾ ਸਿੱਟ ਕੇ ਆਉਣਾ ਵਾ ਦੂਰ ਤੱਕ ਜਾ ਕੇ। ਉਹ ਰਿਸ਼ਤੇਦਾਰ ਕਹਿੰਦੇ ਸੀ? ਹਾਂਜੀ, ਤੇ ਉਹ ਮਤਲਬ ਉਹ ਇਹ ਸੀਗਾ ਕਿ ਮੈਂ ਵੱਡੀ ਸੀ ਹਨਾ, ਮੈਨੂੰ ਚੀਜ਼ਾਂ ਸੁਣਾਈਆਂ ਜਾਂਦੀਆਂ ਸੀ ਵੀ ਇਹ ਕੰਮ ਕਰਨੇ ਆ। ਮੇਰਾ ਭਰਾ ਸੀਗਾ, ਭਰਾ ਨੂੰ ਵੀ ਇਹ ਕੰਮ ਦਿੱਤੇ ਜਾਂਦੇ ਸੀਗੇ ਕਰਨ ਨੂੰ, ਮੱਝਾਂ ਨਵਾਉਣੀਆਂ, ਮੱਝਾਂ ਦੇ ਡੰਗਰਾਂ ਨੀਚੇ ਝਾੜੂ ਲਾਉਣਾ। ਅਸੀਂ ਦੋਨੋਂ ਭੈਣ ਭਰਾਵਾਂ ਨੇ ਉੱਥੇ ਜਿੰਨਾ ਕੰਮ ਕੀਤਾ ਨਾ, ਅੱਜ ਤੱਕ ਅਸੀਂ ਜ਼ਿੰਦਗੀ 'ਚ ਕੰਮ ਨਹੀਂ ਕੀਤਾ ਸੀਗਾ ਵੀ ਇੰਨਾ ਕੰਮ ਅਸੀਂ ਉੱਥੇ ਜਾ ਕੇ ਕਰ ਲਿਆ ਸੀਗਾ। ਤੇ ਸਾਰੀ ਦਿਹਾੜੀ ਮਤਲਬ ਮੱਝਾਂ ਦੇ ਨੀਚੇ ਝਾੜੂ ਲਾਈ ਜਾਣਾ, ਕਿਉਂਕਿ ਮੱਝਾਂ ਵੀ ਕਾਫੀ ਸੀਗੀਆਂ ਉਹਨਾਂ ਦੇ ਕੋਲ ਹਨਾ। ਮੱਝਾਂ ਸਾਰੀ ਦਿਹਾੜੀ ਚੁੱਲ੍ਹੇ ਤੇ ਰੋਟੀਆਂ ਬਣਾਉਣੀਆਂ, ਤੇ ਗਰਮੀ ਦੇ ਵਿੱਚ ਜਾ ਕੇ ਬੈਠੇ ਰਹਿਣਾ। ਅਸੀਂ ਇੰਨੇ ਮੇਰੇ ਵੱਡੇ ਨਾ ਉਸ ਟਾਈਮ ਕੰਮ ਕਰਦੇ ਨਾ ਮੇਰੇ ਏਡੇ ਫੋੜੇ ਹੋ ਚੁੱਕੇ ਸੀਗੇ। ਅੱਜ ਵੀ ਮੇਰੇ ਨਿਸ਼ਾਨ ਨੇ ਉਹਨਾਂ ਫੋੜਿਆਂ ਦੇ। ਜਦੋਂ ਮੈਨੂੰ ਯਾਦ ਆਉਂਦੀ ਹੈ ਨਾ ਕਈ ਵਾਰ ਉਹ ਮੈਂ ਚੀਜ਼ਾਂ ਦੇਖਦੀ ਹਾਂ ਵੀ ਮੇਰੇ ਤੇ ਕਿਹੋ ਜਿਹਾ ਟਾਈਮ ਸੀਗਾ ਨਾ। ਤੇ ਮਤਲਬ ਉਸ ਟਾਈਮ ਇੰਨੇ ਛੋਟੇ ਸੀਗੇ, ਸਾਨੂੰ ਇਹ ਤੱਕ ਨਹੀਂ ਪਤਾ ਸੀਗਾ ਕਿ ਅਸੀਂ ਨਹਾਉਣਾ ਵੀ ਆ ਹਨਾ, ਵੀ ਨਹਾ ਕੇ ਆਪਣੇ ਸਰੀਰ ਦੀ ਸਫਾਈ ਵੀ ਕਰਨੀ ਹੈ, ਸਿਰ ਵੀ ਧੋਣਾ ਵਾ। ਬਸ ਗੋਹਾ ਤਸਲਾ ਉੱਪਰ ਸਿਰ ਤੇ ਰੱਖ ਕੇ ਕੂੜਾ ਸੁੱਟ ਲਿਆ, ਗੋਹਾ ਸੁੱਟ ਲਿਆ, ਮੱਝਾਂ ਨੀਚੇ ਝਾੜੂ ਲਾ ਦਿੱਤਾ। ਸਾਰਾ ਦਿਨ ਤੋਂ ਲੈ ਕੇ ਸਵੇਰ ਤੱਕ ਸਾਡਾ ਇਹੀ ਟਾਈਮ ਸੀਗਾ। ਸਰਕਾਰੀ ਸਕੂਲ 'ਚ ਸਾਨੂੰ ਪੜ੍ਹਨ ਲਾ ਦਿੱਤਾ ਸੀਗਾ, ਤੇ ਚਲੋ ਮਾਸਟਰ ਜੀ ਬਹੁਤ ਵਧੀਆ ਹੁੰਦੇ ਸੀਗੇ ਉਸ ਟਾਈਮ ਤੇ, ਕਿ ਜ਼ਿਆਦਾ ਉਹਨਾਂ ਨੇ ਪੂਰੀ ਸਪੋਰਟ ਕੀਤੀ ਸੀਗੀ ਪੜ੍ਹਾਈ ਦੇ ਵਿੱਚ, ਮੇਰੀ ਪੂਰੀ ਸਪੋਰਟ ਕੀਤੀ ਸੀਗੀ। ਲੇਕਿਨ ਕੰਮ ਤਾਂ ਫਿਰ ਵੀ ਕਰਨਾ ਹੀ ਪੈਂਦਾ ਸੀਗਾ ਨਾ, ਪੜ੍ਹ ਕੇ ਆਏ ਨਾਲ ਹੀ ਕੰਮ ਸ਼ੁਰੂ ਕਰ ਦੇਣੇ, ਗੋਹਾ ਕੂੜਾ ਕਰਨਾ, ਮੱਝਾਂ ਪਾਥੀਆਂ ਪੱਥਣੀਆਂ, ਸਭ ਕੁਝ ਕਰਕੇ ਦੇਖ ਲਿਆ ਸੀਗਾ 7 ਸਾਲ ਦੀ ਉਮਰ ਦੇ ਵਿੱਚ ਨਾ। ਸਭ ਕੁਝ ਜੋ ਮਤਲਬ 7 ਸਾਲ ਦੀ ਉਮਰ ਦੇ ਵਿੱਚ ਬੱਚੇ ਆਪਣੇ ਹਨਾ ਬਚਪਨ ਖੇਡਾਂ ਖੇਡਦੇ ਨੇ। ਮੈਂ ਉਸ ਟਾਈਮ ਤੇ ਗੋਹਾ ਚੱਕਿਆ, ਝਾੜੂ ਲਾਏ, ਪੋਚੇ ਲਾਏ, ਗੋਹਾ ਕੂੜਾ ਕੀਤਾ ਰਿਸ਼ਤੇਦਾਰਾਂ ਦੇ ਘਰੇ। ਮਤਲਬ ਉਹਨਾਂ ਦੇ ਵੀ ਬੱਚੇ ਸੀਗੇ, ਉਹਨਾਂ ਦੀ ਵੀ ਹਨਾ ਬੇਟੀ ਸੀਗੀ, ਉਹ ਨਹੀਂ ਇੰਨਾ ਕੰਮ ਕਰਦੇ ਸੀ, ਉਹਨਾਂ ਨੂੰ ਬਾਹਰ ਜਾਣ ਦੀ ਪਰਮਿਸ਼ਨ ਨਹੀਂ ਸੀਗੀ। ਮੈਂ ਕਰਦੀ ਸੀਗੀ, ਮੈਂ ਜਾ ਕੇ ਗੋਹਾ ਕੂੜਾ ਕਰਨਾ, ਬਾਹਰ ਜਾ ਕੇ ਸੁੱਟ ਕੇ ਆਉਣਾ, ਮੱਝਾਂ ਨੂੰ ਲੈ ਕੇ ਜਾਣਾ ਨਵਾਉਣ ਵਾਸਤੇ, ਮੈਂ ਤੇ ਮੇਰੇ ਭਰਾ ਨੇ। ਤੇ ਮਤਲਬ ਉਦੋਂ ਐਵੇਂ ਦਾ ਹੋ ਗਿਆ ਸੀਗਾ ਨਾ ਕਿ ਸਰੀਰ ਦੀ ਸਫਾਈ ਨਹੀਂ ਹੁੰਦੀ ਸੀ, ਮਤਲਬ ਸਿਰ ਤੇ ਨਾ ਜਟਾਂ ਟਾਈਪ ਬਣ ਗਈਆਂ ਸੀਗੀਆਂ, ਤੇ ਜੂਆਂ ਮਤਲਬ ਪੈਣ ਲੱਗ ਗਈਆਂ ਸੀਗੀਆਂ, ਤੇ ਫੋੜੇ ਇੰਨੇ ਸਰੀਰ ਦੇ ਵਿੱਚ ਹੋ ਗਏ ਸੀਗੇ, ਪੂਰੇ ਫੇਸ ਤੇ, ਇੱਥੇ ਲੱਤਾਂ ਤੇ ਬਾਹਾਂ ਤੇ ਪੂਰੇ ਫੋੜੇ ਹੋ ਗਏ ਸੀਗੇ। ਤੇ ਉਦੋਂ ਵੀ ਫੋੜਿਆਂ ਦੀ ਇਹ ਨਹੀਂ ਕਿ ਕੋਈ ਦਵਾਈ ਦਵਾਊਗਾ, ਬਸ ਝਾੜੇ ਕਰਾ ਦਿੰਦੇ ਹੁੰਦੇ ਸੀਗੇ ਉਸ ਟਾਈਮ ਤੇ, ਝਾੜੇ ਕਰਾ ਦਿੰਦੇ, ਬਸ ਚੁੰਨੀ ਲੈ ਕੇ ਐਵੇਂ ਪੈ ਜਾਣਾ, ਮੱਖੀਆਂ ਬੈਠਣੀਆਂ, ਫੋੜਿਆਂ ਨੇ ਹੋਰ ਜ਼ਿਆਦਾ ਰਿਸ ਜਾਣਾ, ਹੋ ਐਡੇ ਜ਼ਖਮ ਬਣ ਜਾਂਦੇ ਸੀਗੇ ਉਹਨਾਂ ਚੀਜ਼ਾਂ ਦੇ ਨਾ। ਤੇ ਮਤਲਬ ਇਹ ਸੀਗਾ ਕਿ ਹਨਾ ਆਪਣੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਦਾ ਵੀ ਪਤਾ ਸੀਗਾ ਕਿ ਮੇਰੇ ਸਿਰ ਤੇ ਉਹ ਵੀ ਹੈਗੀਆਂ ਨੇ, 2 ਭੈਣ ਭਰਾ ਨੇ ਮੇਰੇ ਜ਼ਿੰਮੇਦਾਰ, ਮੇਰੀ ਉਹਨਾਂ ਦੀ ਜ਼ਿੰਮੇਵਾਰੀ ਆ ਮੇਰੇ ਸਿਰ ਤੇ। ਤੇ ਉਹ ਜ਼ਿੰਮੇਵਾਰੀ ਵੀ ਜਿਵੇਂ ਉਹਨਾਂ ਨੇ ਕੰਮ ਕਹਿਣਾ, ਤੁਸੀਂ ਉਹਨਾਂ ਨੂੰ ਕੰਮ ਨਾ ਕਰਾਓ, ਤੁਸੀਂ ਮੈਨੂੰ ਦੱਸ ਦਿਓ, ਮੈਂ ਕਰੂੰਗੀ ਉਹਨਾਂ ਦੇ ਹਿੱਸੇ ਦਾ ਕੰਮ। ਜੇ ਉਹਨਾਂ ਦੇ ਡਾਂਟ ਪੈਣੀ, ਉਹਨਾਂ ਨੂੰ ਮਾਰਨ ਵਾਸਤੇ ਅੱਗੇ ਆਉਣਾ ਉਹਨਾਂ ਨੇ, ਮੈਂ ਕਹਿ ਦੇਣਾ ਉਹਨਾਂ ਨੂੰ ਮੇਰੇ ਭਰਾ ਨੂੰ ਨਹੀਂ ਮਾਰਨਾ ਹੈਗਾ, ਤੁਸੀਂ ਮੈਨੂੰ ਮਾਰ ਲਓ ਉਹਦੇ ਬਦਲੇ। ਫਿਰ ਇੰਨਾ ਕੁਝ ਕਰਨ ਤੋਂ ਬਾਅਦ ਵੀ ਨਾ ਮਤਲਬ ਰਾਤ ਨੂੰ ਪੈਣ ਵਾਸਤੇ ਜਿੱਥੇ ਜਗ੍ਹਾ ਦਿੱਤੀ ਜਾਂਦੀ ਸੀ ਨਾ, ਉਹ ਸੀਗਾ ਮੱਝਾਂ ਵਾਲਾ ਕਮਰਾ, ਜਿੱਥੇ ਤੂੜੀ ਰੱਖੀ ਜਾਂਦੀ ਸੀਗੀ, ਜਿੱਥੇ ਨਾ ਬੱਛੀਆਂ ਡੰਗਰ ਬੰਨੇ ਜਾਂਦੇ ਹੁੰਦੇ ਸੀਗੇ। ਰਾਤ ਨੂੰ ਨਾ ਮੱਛਰਾਂ ਦੇ ਵਿੱਚ ਉੱਥੇ ਪਏ ਰਹਿਣਾ ਸੀ ਤਿੰਨੋਂ ਭੈਣ ਭਰਾਵਾਂ ਨੇ, ਤੇ ਉੱਥੇ ਪਏ ਰਹਿਣਾ। ਜੇ ਲਾਈਟ ਹਨਾ ਚਲੇ ਜਾਣੀ, ਕੋਠੇ ਤੇ ਜਾ ਕੇ ਪੈ ਜਾਂਦੇ ਸੀਗੇ। ਫਿਰ ਸਵੇਰੇ ਉੱਠ ਕੇ ਚਾਹ ਪੀਣ ਨੂੰ ਗਲਾਸ ਚੱਕਣਾ ਹਨਾ, ਗਲਾਸ ਚਾਹ ਪੀਣੀ, ਸਭ ਨੇ ਪੀ ਲਈ ਹੁੰਦੀ ਸੀ ਚਾਹ, ਜਿਹੜੀ ਬਾਕੀ ਬਚਦੀ ਸੀ ਚਾਹ ਉਹਦੇ ਵਿੱਚ ਪਾਣੀ ਪਾਇਆ ਹੁੰਦਾ ਸੀਗਾ ਚਾਹ ਦੇ ਵਿੱਚ, ਤੇ ਪਾਣੀ ਵਾਲੀ ਚਾਹ ਸਾਨੂੰ ਦਿੱਤੀ ਜਾਂਦੀ ਸੀਗੀ ਪੀਣ ਨੂੰ। ਤੇ ਕਈ ਵਾਰ ਤਾਂ ਐਵੇਂ ਦੀਆਂ ਨਾ ਸੁੱਕੀਆਂ ਰੋਟੀਆਂ ਵੀ ਖਾ ਕੇ ਗੁਜ਼ਾਰਾ ਕਰ ਲਿਆ ਸੀਗਾ। ਜੇ ਅੱਜ ਮੈਂ ਉਹ ਸੋਚਦੀ ਹਾਂ, ਜੇ ਅੱਜ ਮੇਰੀ ਮਾਂ ਹੁੰਦੀ ਤੇ ਮੈਨੂੰ ਕਦੇ ਐਵੇਂ ਸੁੱਕੀਆਂ ਰੋਟੀਆਂ, ਪਾਣੀ ਵਾਲੀ ਚਾਹ ਕਦੇ ਮੈਨੂੰ ਨਸੀਬ ਨਾ ਹੋਣ ਦਿੰਦੀ। ਮਤਲਬ ਫਿਰ ਹੌਲੀ ਹੌਲੀ ਚਲੋ ਹਨਾ ਐਵੇਂ ਹੋ ਗਿਆ ਕਿ ਹਨਾ 7ਵੀਂ 'ਚ ਹੋ ਗਈ ਸੀਗੀ ਮੈਂ। ਇੰਨਾ ਸਭ ਕੁਝ ਚਲੋ ਕਰਦੇ ਕਰਾਂਦੇ ਇਹ ਸੀਗਾ ਕਿ ਹਨਾ ਜਿਵੇਂ ਕੱਪੜੇ
ਪਾਪਾ ਲੈ ਕੇ ਆਉਂਦੇ ਸੀਗੇ, ਪਾਪਾ ਖਰਚਾ ਵੀ ਦਿੰਦੇ ਸੀਗੇ ਉਹਨਾਂ ਨੂੰ, ਇਹ ਨਹੀਂ ਕਿ ਪਾਪਾ ਖਰਚਾ ਨਹੀਂ ਦਿੰਦੇ ਸੀਗੇ, ਸਾਰਾ ਪਤਾ ਸੀਗਾ ਮੈਨੂੰ ਕਿ ਖਰਚਾ ਦਿੰਦੇ ਨੇ ਪਾਪਾ। ਕੱਪੜੇ ਲੈ ਕੇ ਆਉਣਾ ਉਹਨਾਂ ਨੇ ਮੇਰੇ ਤੇ ਮੇਰੀ ਭੈਣ ਵਾਸਤੇ, ਉਹ ਕੱਪੜੇ ਉਹ ਆਪਣੇ ਬੱਚਿਆਂ ਨੂੰ ਸਵਾ ਕੇ ਦੇ ਦਿੰਦੇ ਸੀਗੇ, ਸਾਨੂੰ ਦੂਜਿਆਂ ਦੇ ਪਾਏ ਹੋਏ ਕੱਪੜੇ ਸਾਨੂੰ ਪਾਉਣ ਨੂੰ ਦਿੱਤੇ ਜਾਂਦੇ ਸੀਗੇ ਵੀ ਤੁਸੀਂ ਇਹ ਕੱਪੜੇ ਪਾਓ। ਤੇ ਮਤਲਬ ਸਾਡੀ ਉਦੋਂ ਇਹੋ ਜਿਹੀ ਹਾਲਤ ਸੀਗੀ ਨਾ, ਜਿਵੇਂ ਅੱਜ ਕੱਲ ਤਾਂ ਉਹ ਬੱਚੇ ਕਦੇ ਵੀ ਨਾ ਪਾਣਗੇ ਉਹ ਕੱਪੜੇ ਜਿਵੇਂ ਦੀ ਅਸੀਂ ਲਾਈਫ ਕੱਟੀ ਆ ਨਾ। ਅੱਜ ਕੱਲ ਬੱਚੇ ਕਦੇ ਨਹੀਂ ਉਹ ਲਾਈਫ ਕੱਟਣਗੇ ਜੋ ਮੇਰੇ ਭਰਾ ਨੇ ਮੇਰੀ ਭੈਣ ਨੇ ਲਾਈਫ ਕੱਟੀ ਸੀਗੀ। ਤੇ ਉਸ ਤੋਂ ਬਾਅਦ ਮਤਲਬ ਫਿਰ ਹੌਲੀ ਹੌਲੀ 7ਵੀਂ ਕਰ ਲਈ, 7ਵੀਂ ਚ ਹੋ ਗਈ ਸੀਗੀ ਮੈਂ। 7ਵੀਂ ਤੋਂ ਬਾਅਦ ਮੇਰੇ ਪਾਪਾ ਆਏ ਇੱਕ ਦਿਨ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਹੁਣ ਇੱਥੇ ਨਹੀਂ ਰਿਹਾ ਜਾਂਦਾ ਹੈਗਾ, ਜਾਂ ਤਾਂ ਤੁਸੀਂ ਸਾਨੂੰ ਇੱਥੋਂ ਲੈ ਜਾਓ ਜਾਂ ਸਾਨੂੰ ਇੱਥੇ ਮਾਰ ਦਿਓ। ਤੇ ਮੇਰੇ ਪਾਪਾ ਨੇ ਉਦੋਂ ਪਤਾ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਆਇਆ, ਤੇ ਉਹ ਮੇਰੇ ਪਾਪਾ ਉੱਥੋਂ ਸਾਨੂੰ ਲੈ ਗਏ। ਪਰ ਮੇਰੇ ਪਾਪਾ ਨਾ ਅੱਜ ਵੀ ਪਤਾ ਨਹੀਂ ਮੇਰੀ ਮੰਮਾ ਤੋਂ ਇੰਨੀ ਨਫ਼ਰਤ ਕਿਉਂ ਕਰਦੇ ਨੇ। ਮੇਰੀ ਮੰਮਾ ਦੀ ਕੋਈ ਫੋਟੋ ਨਹੀਂ ਉਹਨਾਂ ਨੇ ਛੱਡੀ ਹੈਗੀ, ਮੇਰੀ ਮੰਮਾ ਦੀ ਜਿੱਥੇ ਦੇਖਦੇ ਸੀ ਨਾ ਫੋਟੋ ਫਾੜ ਦਿੰਦੇ ਸੀਗੇ। ਮੈਂ ਸਿਰਫ ਇੱਕੋ ਫੋਟੋ ਆਪਣੇ ਕੋਲ ਰੱਖੀ ਹੋਈ ਆ, ਉਹ ਵੀ ਮੇਰੀ ਭੂਆ ਸੀਗੇ, ਦੂਜੇ ਭੂਆ ਸੀਗੇ, ਉਹਨਾਂ ਨੇ ਰੱਖੀ ਹੋਈ ਸੀਗੀ, ਮੈਂ ਉਹਨਾਂ ਦੇ ਘਰੋਂ ਲੈ ਕੇ ਵੱਡੀ ਕਰਾਈ ਹੋਈ ਆ ਫੋਟੋ। ਤੇ ਮਤਲਬ ਉਦੋਂ ਪਾਪਾ ਚਲੋ ਲੈ ਆਏ। ਉਸ ਤੋਂ ਬਾਅਦ ਇੱਥੇ ਆ ਗਏ ਅਸੀਂ ਪੜ੍ਹੇ, ਬਹੁਤ ਵਧੀਆ ਇੱਥੇ ਸਾਡੀ ਲਾਈਫ ਸੀਗੀ। ਮੈਂ ਸੋਚਦੀ ਸੀਗੀ ਇਹੀ ਲਾਈਫ ਜੇ ਸਾਨੂੰ ਪਹਿਲਾਂ ਮਿਲ ਗਈ ਹੁੰਦੀ ਤੇ ਕਿੰਨੇ ਵਧੀਆ ਸੀਗੇ ਅਸੀਂ, ਚਾਹੇ ਛੋਟੇ ਹੀ ਸੀ, ਆਪਣੇ ਘਰੇ ਬੈਠ ਕੇ ਕੰਮ ਕਰ ਲੈਂਦੇ ਅਸੀਂ। ਆਹ ਚੀਜ਼ਾਂ ਨਾ ਸਾਡੇ ਨਾਲ ਹੁੰਦੀਆਂ, ਨਾ ਮੇਰੇ ਦਿਲ ਤੇ ਏਡੇ ਏਡੇ ਜ਼ਖਮ ਬਣਦੇ ਉਹ ਚੀਜ਼ਾਂ ਨੂੰ ਲੈ ਕੇ, ਨਾ ਮੈਂ ਉਹਨਾਂ ਨੂੰ ਨਫ਼ਰਤ ਕਰਦੀ। ਮੈਂ ਅੱਜ ਵੀ ਆਪਣੇ ਉਹਨਾਂ ਰਿਸ਼ਤੇਦਾਰਾਂ ਤੋਂ ਬਹੁਤ ਨਫ਼ਰਤ ਕਰਦੀ ਹਾਂ। ਫਿਰ ਉਸ ਤੋਂ ਬਾਅਦ ਪਾਪਾ ਸਾਨੂੰ ਇੱਥੇ ਲੈ ਆਏ ਸੀਗੇ। ਮੈਂ 10ਵੀਂ ਦੇ ਵਿੱਚ ਸੀਗੀ, ਮੇਰੀ ਮੈਰਿਜ ਮੇਰੇ ਤਾਇਆ ਜੀ ਦੇ ਕਹਿਣ ਤੇ ਮੇਰੇ ਤਾਇਆ ਜੀ ਨੇ ਰਿਸ਼ਤਾ ਲੱਭਿਆ ਸੀਗਾ। ਮੇਰੇ ਤਾਇਆ ਜੀ ਨੇ ਮੇਰਾ ਰਿਸ਼ਤਾ ਚਲੋ ਉਹਨਾਂ ਨੇ ਪਾਪਾ ਨੇ ਕਰ ਦਿੱਤਾ। ਉਸ ਤੋਂ ਬਾਅਦ ਮੇਰੇ ਇਹ ਕਿਸੇ ਰਿਸ਼ਤਾ ਮੇਰੇ 4 ਦਿਨਾਂ ਦੇ ਵਿੱਚ ਹੀ ਮੇਰਾ ਰਿਸ਼ਤਾ ਜਿਹੜਾ ਹੋ ਗਿਆ ਸੀਗਾ। 4 ਦਿਨਾਂ 'ਚ ਹੀ ਮੈਨੂੰ ਦੇਖਣ ਆਏ ਸੀਗੇ ਤੇ 4 ਦਿਨਾਂ ਬਾਅਦ ਮੇਰਾ ਵਿਆਹ ਕਰ ਦਿੱਤਾ ਸੀਗਾ। ਉਸ ਤੋਂ ਬਾਅਦ ਇਹ ਸੀਗਾ ਕਿ ਮਤਲਬ ਕਹਿੰਦੇ ਹੁੰਦੇ ਆ ਨਾ, ਜੇ ਕਈ ਲੋਕ ਵੱਡੇ ਕਹਿੰਦੇ ਹੁੰਦੇ ਨੇ ਕਿ ਜੇ ਆਪਾਂ ਪਿੱਛੇ ਦੁੱਖ ਦੇਖਿਆ ਨਾ, ਅੱਗੇ ਜਾ ਕੇ ਆਪਾਂ ਸੁੱਖ ਹੀ ਸੁੱਖ ਦੇਖਾਂਗੇ। ਪਰ ਮੇਰੇ ਨਸੀਬ 'ਚ ਤਾਂ ਉਹ ਵੀ ਨਹੀਂ ਸੀਗਾ, ਮੇਰੇ ਨਸੀਬ 'ਚ ਸੁੱਖ ਅੱਗੇ ਵੀ ਨਹੀਂ ਸੀਗਾ। ਤੇ ਨਾ ਮੈਂ ਪਿੱਛੇ ਸੁੱਖ ਦੇਖਿਆ, ਨਾ ਮੈਂ ਅੱਗੇ ਸੁੱਖ ਦੇਖਿਆ। ਵਿਆਹ ਕੇ ਚਲੀ ਗਈ, ਮੇਰਾ ਇੱਥੋਂ ਵਿਆਹ ਬਹੁਤ ਦੂਰ ਹੋਇਆ ਸੀ, ਦਿੱਲੀ ਵਿਆਹ ਹੋਇਆ ਸੀਗਾ ਮੇਰਾ। ਉਸ ਤੋਂ ਬਾਅਦ ਜਿਵੇਂ ਮੇਰੇ ਰਿਸ਼ਤਾ ਕਰ ਦਿੱਤਾ, ਪਰ ਰਿਸ਼ਤੇ ਦੇ ਵਿੱਚ ਕੋਈ ਪੁੱਛ-ਗਿੱਛ ਨਹੀਂ ਹੋਈ ਹੈਗੀ ਕਿ ਅੱਗੇ ਉਹ ਬੰਦਾ ਕਿਸ ਤਰ੍ਹਾਂ ਦਾ ਵਾ। ਦੁੱਖ ਉੱਥੇ ਖਤਮ ਨਹੀਂ ਹੋਏ, ਉੱਥੋਂ ਹੋਰ ਦੁੱਖ ਸਟਾਰਟ ਹੋ ਗਏ ਨੇ ਮੇਰੇ। ਤੇ ਚਲੋ 1 ਸਾਲ ਐਵੇਂ ਨਿਕਲ ਗਿਆ। ਫਿਰ ਮੈਨੂੰ ਪ੍ਰੈਗਨੈਂਸੀ ਹੋ ਗਈ। ਪ੍ਰੈਗਨੈਂਸੀ ਦੇ ਦੌਰਾਨ ਇਹ ਸੀਗਾ ਕਿ ਮੇਰੇ ਟਵਿੰਸ ਸੀਗੇ, ਮੇਰੇ ਬੱਚੇ ਜੁੜਵਾ ਸੀਗੇ। ਤੇ ਮੇਰੇ ਜਿਹੜੇ ਮਦਰ ਇਨ ਲਾਅ ਸੀਗੇ ਉਹ ਨੀਚੇ ਉਹਦੀ ਨਾ ਲਾਈਟ ਕੱਟ ਦਿੰਦੇ ਹੁੰਦੇ ਸੀਗੇ। ਜੂਨ ਜੁਲਾਈ ਦੀ ਬਹੁਤ ਗਰਮੀ ਦੇ ਵਿੱਚ ਮੈਂ ਉੱਪਰ ਹੁੰਦੀ ਸੀਗੀ। ਉਸ ਦੌਰਾਨ ਕਿ ਐਵੇਂ ਸੀ ਕਿ ਨੀਚੋਂ ਪਾਣੀ ਭਰ ਕੇ ਉੱਪਰ ਲੈ ਕੇ ਜਾਣਾ ਪੈਂਦਾ ਸੀਗਾ। ਆਪਣੇ ਬੈੱਡ ਤੇ ਪਾਣੀ ਛਿੜਕ ਕੇ ਆਪਣੇ ਆਪ ਨੂੰ ਠੰਡਾ ਰੱਖਣਾ ਹੁੰਦਾ ਸੀਗਾ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਸੀਗੀ। ਉੱਥੇ ਜਾ ਕੇ ਮੇਰੇ ਦੁੱਖ ਹੋਰ ਜ਼ਿਆਦਾ ਵੱਧ ਗਏ ਸੀਗੇ, ਘਟੇ ਨਹੀਂ ਸੀਗੇ। ਇਸ ਲਈ ਜਦੋਂ ਵੀ ਕਦੇ ਵੀ ਤੁਸੀਂ ਆਪਣੀ ਕੁੜੀ ਦਾ ਰਿਸ਼ਤਾ ਕਰਦੇ ਹੋ ਨਾ, ਹਮੇਸ਼ਾ ਪੁੱਛ-ਗਿੱਛ ਕਰਕੇ ਹੀ ਹਮੇਸ਼ਾ ਕਰਨਾ ਚਾਹੀਦਾ ਵਾ। ਕਿਉਂਕਿ ਜੇ ਨਾ ਪੁੱਛ-ਗਿੱਛ ਕਰਕੇ ਕੀਤੀ ਨਾ, ਤੁਹਾਡੀ ਕੁੜੀ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਦੱਸੂਗੀ ਨਹੀਂ ਆ ਕੇ ਆਪਦੇ ਪੇਕਿਆਂ ਨੂੰ, ਆਪਦੇ ਮਾਂ-ਬਾਪ ਨੂੰ, ਉਹਨੂੰ ਪਤਾ ਕਿ ਪਿੱਛੇ ਉਹ ਪਹਿਲਾਂ ਹੀ ਦੁਖੀ ਹੈਗੇ ਨੇ, ਮੈਂ ਉਹਨਾਂ ਨੂੰ ਜਾ ਕੇ ਦੱਸੂਗੀ ਉਹ ਹੋਰ ਦੁਖੀ ਹੋਣਗੇ। ਤੇ ਇਸ ਲਈ ਨਾ ਜਦੋਂ ਵੀ ਹਮੇਸ਼ਾ ਰਿਸ਼ਤਾ ਕਰੋ ਤੇ ਪੁੱਛ-ਗਿੱਛ ਕਰਕੇ ਹੀ ਹਮੇਸ਼ਾ ਕਰਨਾ ਚਾਹੀਦਾ ਵਾ। ਮੈਂ ਤਾਂ ਦੁੱਖ ਕੱਟ ਲਿੱਤੇ ਨੇ ਕਿਉਂਕਿ ਮੇਰੇ ਪਿੱਛੇ ਮਾਂ ਨਹੀਂ ਸੀਗੀ। ਜੇ ਮਾਂ ਹੁੰਦੀ ਤੇ ਮੈਂ ਜਾ ਕੇ ਦੱਸਦੀ ਵੀ ਮੇਰੇ ਨਾਲ ਆਹ ਤਕਲੀਫ ਆ, ਮੈਨੂੰ ਆਹ ਚੀਜ਼ ਹੈਗੀ ਆ। ਤੇ ਚਲੋ ਉਸ ਤੋਂ ਬਾਅਦ ਮੈਂ ਆਪਣੇ ਪਾਪਾ ਨੂੰ ਕਹਿ ਦਿੱਤਾ ਕਿ ਮੈਨੂੰ ਇੱਥੇ ਲੈ ਆਓ। ਉਸ ਤੋਂ ਬਾਅਦ ਇਹ ਹੋਇਆ ਕਿ ਚਲੋ ਮੇਰੇ ਪਾਪਾ ਲੈ ਆਏ, ਮੈਨੂੰ ਦੁੱਖ ਦੇਖਿਆ ਉਹਨਾਂ ਨੇ, ਮੇਰਾ ਦੁੱਖ ਉੱਥੇ ਦੇਖ ਲਿਆ ਵੀ ਹਾਂ ਵੀ ਨਹੀਂ ਮੇਰੀ ਕੁੜੀ ਠੀਕ ਨਹੀਂ ਹੈਗੀ ਇੱਥੇ। ਜਦੋਂ ਇੱਥੇ ਲਿਆਏ ਤੇ ਮੇਰੇ ਟਵਿੰਸ ਬੇਬੀ ਹੋਏ ਤੇ ਉਹਨਾਂ ਵਿੱਚੋਂ ਇੱਕੋ ਹੀ ਮੇਰੀ ਬੇਟੀ ਬਚੀ ਸੀਗੀ। 2 ਟਵਿੰਸ ਹੋਏ ਸੀਗੇ। ਪਰ ਮੈਨੂੰ ਡਾਕਟਰ ਨੇ ਇਹ ਵੀ ਕਹਿ ਦਿੱਤਾ ਸੀ, ਕਹਿੰਦੇ ਜੇ ਤੂੰ ਇੱਥੇ ਨਾ ਆਉਂਦੀ ਨਾ, ਤੇਰੇ ਇਹ ਵੀ ਨਹੀਂ ਬਚਣੇ ਸੀਗੇ। ਤੇ ਪਤਾ ਨਹੀਂ ਰੱਬ ਦੀ ਰੱਬ ਮੇਰੇ ਨਾਲ ਹਮੇਸ਼ਾ ਖੜਾ ਰਿਹਾ ਵਾ ਅੱਜ ਤੱਕ, ਕਿਉਂਕਿ ਮੈਂ ਉਹਦੇ ਦਿੱਤੇ ਹੋਏ ਦੁੱਖ ਨੂੰ ਮੈਂ ਹੱਸ ਕੇ ਝੱਲਿਆ ਵਾ। ਕਿ ਜਿਵੇਂ ਕਾਫੀ ਟਾਈਮ ਨਿਕਲ ਜਾਂਦਾ, ਮੈਂ ਚਲੋ ਸਟਰਗਲ ਕਰਦੀ ਪਈ ਆ। ਤੇ ਉਸ ਤੋਂ ਬਾਅਦ ਮੈਂ ਰੱਖੜੀ ਵਾਲੇ ਦਿਨ ਆਉਂਦੀ ਆ। ਮੈਂ ਆਪਣੇ ਭਰਾ ਦੇ ਰੱਖੜੀ ਬੰਨ੍ਹ ਕੇ ਜਾਂਦੀ ਆ। ਹਲੇ 16-17 ਦਿਨ ਹੀ ਹੁੰਦੇ ਆ ਰੱਖੜੀ ਬੰਨ੍ਹ ਕੇ ਗਈ ਹੋਈ ਨੂੰ। ਪਿੱਛੋਂ ਪਾਪਾ ਦਾ ਫੋਨ ਆ ਜਾਂਦਾ ਵਾ ਕਿ ਵੀ ਘਰੇ ਆ ਜੀ, ਪਿੰਡ ਆ ਜੀ, ਪੰਜਾਬ ਆ ਜੀ, ਵੀ ਕੁਛ ਗੱਲ ਹੋ ਗਈ ਆ। ਤੇ ਉਦੋਂ ਇੰਨਾ ਕੁ ਦਿਲ ਦੇ ਵਿੱਚ ਪੂਰੀ ਰਾਤ ਰੋ ਕੇ ਲੰਘ ਜਾਂਦੀ ਆ। ਪਤਾ ਲੱਗ ਜਾਂਦਾ ਵੀ ਕੁਛ ਨਾ ਕੁਛ ਤਾਂ ਗੜਬੜ ਹੋਈ ਆ, ਕੁਛ ਨਾ ਕੁਛ ਤਾਂ ਇਹੋ ਜਿਹਾ ਅਣਹੋਣੀ ਕੋਈ ਗੱਲ ਹੋਈ ਆ ਜਿਹੜੇ ਇੰਨੀ ਹਨੇਰੇ ਮੈਨੂੰ ਫੋਨ ਆਇਆ। ਸਾਰੀ ਰਾਤ ਐਵੇਂ ਸੋਚ ਕੇ ਲੰਘਾ ਦਿੰਦੀ ਆ, ਕਿਉਂਕਿ ਉਸ ਟਾਈਮ ਤੇ ਮੈਂ ਜਾ ਵੀ ਨਹੀਂ ਕਿਤੇ ਸਕਦੀ ਸੀਗੀ। ਕੀ ਕਹਿੰਦੇ ਫੋਨ ਕਰਕੇ ਕਹਿੰਦੇ ਨੇ ਬਸ ਕਿ ਵੀ ਤੂੰ ਆ ਜਾ, ਵੀ ਕੁਛ ਜ਼ਰੂਰੀ ਗੱਲ ਹੋ ਗਈ ਆ, ਕੁਛ ਹੋ ਗਿਆ ਵਾ, ਬਸ ਤੂੰ ਆ ਜਾ। ਮੈਨੂੰ ਪ੍ਰੋਪਰ ਗੱਲ
ਦੱਸੀ ਨਹੀਂ ਉਹਨਾਂ ਨੇ। ਜੇ ਦੱਸੀ ਹੁੰਦੀ ਤੇ ਪਤਾ ਨਹੀਂ ਮੇਰਾ ਉਸ ਟਾਈਮ ਤੇ ਕੀ ਹਾਲ ਹੋਣਾ ਸੀ। ਪਰ ਸਾਰੀ ਰਾਤ ਮੈਂ ਰੋ ਕੇ ਲੰਘਾ ਦਿੰਦੀ ਆ। ਸਵੇਰੇ ਉੱਠ ਕੇ ਅਸੀਂ ਤੜਕੇ ਚੱਲਦੇ ਆ ਤੇ ਤੜਕੇ ਚੱਲਦੇ ਜਦੋਂ ਬੱਸ ਦੇ ਵਿੱਚ ਬੈਠੀ ਹੁੰਦੀ ਆ ਤੇ ਉਦੋਂ ਮੇਰੇ ਕੰਨਾਂ ਦੇ ਵਿੱਚ ਨਾ ਆਵਾਜ਼, ਰੋਣੇ ਦੀ ਆਵਾਜ਼ ਆਉਂਦੀਆਂ ਨੇ ਵੀ ਸਾਰੀਆਂ ਪਤਾ ਨਹੀਂ ਕਿੰਨੀਆਂ ਜਾਣੀਆਂ ਬੁੜੀਆਂ ਇਕੱਠੀਆਂ ਹੋ ਕੇ ਨਾ ਰੋ ਰਹੀਆਂ ਨੇ ਉੱਥੇ। ਤੇ ਰੋਂਦੀਆਂ ਜਦੋਂ ਅਸੀਂ ਐਵੇਂ ਬੱਸ ਪਹੁੰਚ ਜਾਂਦੇ ਆ, ਪਿੰਡ ਦੇ ਵਿੱਚ ਪਹੁੰਚਦੀਆਂ ਤੇ 4-5 ਉੱਥੇ ਨਾ ਬੰਦੇ ਖੜੇ ਮੈਨੂੰ ਲੈਣ ਵਾਸਤੇ ਖੜੇ ਹੁੰਦੇ ਨੇ। ਤੇ ਉਹ ਜਦੋਂ ਮੈਨੂੰ ਲੈ ਕੇ ਜਾਂਦੇ ਨੇ ਮੈਨੂੰ ਉਦੋਂ ਵੀ ਨਹੀਂ ਕੋਈ ਦੱਸਦਾ ਹੈਗਾ ਵੀ ਕੀ ਹੋਇਆ ਵਾ। ਜਦੋਂ ਮੈਂ ਆਪਣੇ ਘਰ ਦੇ ਗੇਟ ਦੇ ਮੂਹਰੇ ਜਾ ਕੇ ਪਹੁੰਚਦੀ ਆ ਨਾ, ਉੱਥੇ ਮੇਰੇ ਭਰਾ ਦੀ ਲਾਸ਼ ਪਈ ਹੁੰਦੀ ਆ। ਬਸ ਉਦੋਂ ਜਾ ਕੇ ਪਤਾ ਲੱਗਦਾ ਕਿ ਹੁਣ ਜਿਹੜਾ ਇੱਕ ਸੀਗਾ ਨਾ ਮੇਰੇ ਨਾਲ, ਮੇਰੇ ਢਿੱਡ ਦੇ ਮੇਰੀ ਮਾਂ ਦਾ ਜਾਇਆ ਸੀਗਾ, ਉਹ ਵੀ ਨਹੀਂ ਹੈਗਾ ਮੇਰੇ ਕੋਲ ਹੁਣ। ਉਸ ਤੋਂ ਬਾਅਦ ਮੇਰੀ ਦੁਨੀਆ ਹੋਰ ਹੀ ਜ਼ਿਆਦਾ ਖਤਮ ਹੋ ਜਾਂਦੀ ਆ। ਅੱਜ ਵੀ ਉਹ ਭਰਾ ਨੂੰ ਇੰਨਾ ਰੋਨੀ ਆ ਨਾ ਮੈਂ ਕਿ ਤੂੰ ਹੀ ਕੁਝ ਸੋਚ ਲੈਂਦਾ, ਮਾਂ ਨੇ ਤਾਂ ਨਹੀਂ ਸੋਚਿਆ ਸੀਗਾ। ਪਤਾ ਨਹੀਂ ਉਹਦੇ ਦਿਲ ਦੇ ਵਿੱਚ ਇਹੋ ਜਿਹਾ ਕੀ ਆਇਆ ਕਿ ਉਹਨੇ ਐਵੇਂ ਦਾ ਜਿਹੜਾ ਸਟੈਪ ਚੱਕਿਆ ਹੈਗਾ। ਪਤਾ ਨਹੀਂ ਕਿਉਂ ਨਹੀਂ ਦੁਨੀਆ ਆਪਣੇ ਹਾਲਾਤਾਂ ਦੇ ਨਾਲ ਲੜਦੀ ਹੈਗੀ ਕਿ ਆਪਣੇ ਫਟਾਫਟ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਂਦੀ ਆ। ਮਤਲਬ ਜਿਹੜਾ ਉਹ ਭਰਾ ਦਾ ਜਿਹੜਾ ਮਤਲਬ ਉਹਦਾ ਵਿਛੋੜਾ ਹੈਗਾ ਅੱਜ ਤੱਕ ਨਹੀਂ ਮੈਂ ਖਤਮ ਕਰ ਪਾ ਰਹੀ ਹੈਗੀ। ਨਾ ਕਿਸੇ ਤੇ ਮੈਂ ਰੱਖੜੀ ਬੰਨ੍ਹਦੀ ਆ, ਨਾ ਮੇਰਾ ਭਰਾ ਹੈਗਾ ਭੂਆ ਦਾ ਮੁੰਡਾ ਰੱਖੜੀ ਬਣਾ ਕੇ ਲੈ ਕੇ ਜਾਂਦਾ ਹੁੰਦਾ ਸੀਗਾ ਮੇਰੇ ਤੋਂ, ਤੇ ਮੈਂ ਰੱਖੜੀ ਸਿਰਫ ਉਹਦੇ ਹੀ ਬੰਨ੍ਹਦੀ ਹੁੰਦੀ ਆ। ਤੇ ਮਤਲਬ ਰੱਖੜੀ ਅੱਜ ਵੀ ਮੈਂ ਉਹਦੇ ਲਈ ਰੱਖੜੀ ਖਰੀਦ ਲੈਂਦੀ ਆ, ਖਰੀਦ ਕੇ ਨਾ ਗੁਰਦੁਆਰੇ ਚੜਾ ਦਿੰਦੀ ਆ ਮੈਂ ਰੱਖੜੀ ਕਿ ਤੇਰੇ ਹਿੱਸੇ ਦੀ ਰੱਖੜੀ ਆ। ਕਿਉਂਕਿ ਅਸੀਂ ਦੋਵਾਂ ਨੇ ਜੋ ਦੁੱਖ ਅਸੀਂ ਦੇਖੇ ਨੇ ਨਾ ਉਹ ਕਿਸੇ ਨੇ ਨਹੀਂ ਦੇਖੇ ਹੈਗੇ। ਅਸੀਂ ਦੋਵਾਂ ਭੈਣ ਭਰਾਵਾਂ ਨੇ ਦੁੱਖ ਦੇਖੇ ਨੇ। ਰਾਤ ਨੂੰ ਨੇਰੇ ਤੱਕ ਵੇਟ ਕਰਨੀ ਡੈਡੀ ਦੀ, ਹਨਾ ਵੀ ਡੈਡੀ ਹੁਣ ਆਉਣਗੇ। ਅਸੀਂ ਦੋਨਾਂ ਨੇ ਭੈਣ ਭਰਾਵਾਂ ਨੇ ਜਾਗਦੇ ਰਹਿਣਾ। ਜੇ ਨਾ ਆਉਣਾ ਤੇ ਅਸੀਂ ਸੜਕਾਂ ਤੇ ਜਾ ਕੇ ਦੇਖਣਾ ਵੀ ਹੁਣ ਆ ਗਏ। ਮਤਲਬ ਇੰਨੇ ਕੁ ਦੁੱਖ ਅਸੀਂ ਦੋਨਾਂ ਭੈਣ ਭਰਾਵਾਂ ਨੇ ਦੇਖ ਲਏ ਸੀ। ਅੱਜ ਜੇ ਉਹ ਹੁੰਦਾ ਮੈਨੂੰ ਇੰਨਾ ਵੀ ਜ਼ਿਆਦਾ ਦੁੱਖ ਨਾ ਹੁੰਦਾ ਕਿ ਮੇਰੀ ਮਾਂ ਹੈ ਨੀ ਗੀ। ਮੇਰੇ ਲਈ ਉਹੀ ਮੇਰੀ ਮਾਂ ਸੀਗੀ, ਉਹੀ ਮੇਰਾ ਸਭ ਕੁਝ ਸੀਗਾ ਮੇਰਾ। ਫਿਰ ਉਸ ਤੋਂ ਬਾਅਦ ਇਹ ਆ ਕਿ ਮਤਲਬ ਸਾਡੀ ਲੜਾਈ ਝਗੜੇ ਹਮੇਸ਼ਾ ਹੁੰਦੇ ਹੀ ਰਹੇ ਕਿਸੇ ਨਾ ਕਿਸੇ ਗੱਲ ਤੋਂ ਲੈ ਕੇ, ਕਿਉਂਕਿ ਪਤਾ ਨਹੀਂ ਖਤਮ ਹੋ ਚੁੱਕੀ ਸੀਗੀ ਉਦੋਂ, ਮੈਂ ਆਪਣੇ ਅੰਦਰੋਂ ਹੀ ਖਤਮ ਹੋ ਚੁੱਕੀ ਸੀਗੀ। ਉਸ ਤੋਂ ਬਾਅਦ ਕਿ ਮੈਂ ਆਪਣੇ 3 ਬੱਚੇ ਲੈ ਕੇ ਮੈਨੂੰ ਲੱਗ ਗਿਆ ਕਿ ਹੁਣ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਹੈਗਾ। ਜਾਂ ਤਾਂ ਮੈਂ ਖਤਮ ਹੋ ਜਾਊਂਗੀ ਜਾਂ ਮੇਰੇ ਬੱਚੇ ਖਤਮ ਹੋ ਜਾਣਗੇ। ਉਸ ਤੋਂ ਵਧੀਆ ਕਿ ਮੈਂ ਇਹੀ ਆ ਕਿ ਮੈਂ ਅਲੱਗ ਹੋ ਕੇ ਆਪਣੀ ਲਾਈਫ ਜੀਵਾਂ। ਅੱਜ ਆਪਣੇ ਮੈਂ 3 ਬੱਚੇ ਲੈ ਕੇ ਇਕੱਲੀ ਜ਼ਿੰਦਗੀ ਜੀ ਰਹੀ ਹਾਂ, ਖੁਸ਼ ਹਾਂ ਮੈਂ, ਮੈਨੂੰ ਕੋਈ ਉਹ ਨਹੀਂ ਹੈਗਾ। ਪਰ ਫਿਰ ਵੀ ਨਾ ਮਤਲਬ ਜੇ ਇਕੱਲੀ ਮੈਂ ਬੈਠੀ ਆ ਨਾ, ਲੋਕੀ ਨਹੀਂ ਜੀਣ ਦਿੰਦੇ ਹੈਗੇ, ਜੇ ਇਕੱਲੀ ਬੈਠੀ ਆ ਮੈਂ ਤੁਹਾਡੇ ਘਰੋਂ ਤਾਂ ਨਹੀਂ ਆ ਕੇ ਖਾ ਰਹੀ ਨਾ, ਤੁਹਾਡੇ ਘਰੋਂ ਮੈਂ ਕਿਸੇ ਤੋਂ ਮੰਗ ਕੇ ਨਹੀਂ ਖਾ ਰਹੀ। ਮੈਂ ਆਪਣੇ ਘਰੇ ਬੈਠੀ ਆ, ਚਾਹੇ ਮੈਂ ਨਮਕ ਨਾ ਖਾ ਲਾਂ, ਚਾਹੇ ਮੈਂ ਅਚਾਰ ਨਾ ਖਾ ਲਾਂ, ਮੈਂ ਤੁਹਾਡੇ ਘਰੋਂ ਨਹੀਂ ਮੰਗ ਕੇ ਖਾ ਰਹੀ ਹੈਗੀ ਆ ਕੇ। ਫਿਰ ਵੀ ਵੀਰੇ ਪਤਾ ਕੀ ਹੁੰਦਾ ਨਾ, ਲੋਕੀ ਤਾਨਾ ਮਾਰ ਦਿੰਦੇ ਨੇ ਕਿ ਹਾਂ ਵੀ ਤੂੰ ਹਨਾ, ਦੂਜੇ ਕਹਿੰਦੇ ਹੁੰਦੇ ਨੇ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਬਣ ਜਾਂਦੀ ਆ। ਅੱਜ ਮੇਰੇ ਨਾਲ ਮੇਰੇ ਕਈ ਹੈਗੇ ਨੇ ਇਹੋ ਜਿਹੀਆਂ ਜਿਹੜੀਆਂ ਮੇਰੀ ਦੁਸ਼ਮਣ ਬਣੀਆਂ ਹੋਈਆਂ ਨੇ। ਦੂਜੀ ਔਰਤ ਨੂੰ ਕਹਿਣਗੇ ਤੂੰ ਆਪਣਾ ਘਰ ਵਾਲਾ ਇਹ ਤੋਂ ਬਚਾ ਕੇ ਰੱਖੀ। ਵੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੁਹਾਡੇ ਘਰ ਵਾਲੇ ਪਏ ਹੈਗੇ ਨੇ ਦੁਨੀਆ ਦੇ ਵਿੱਚ ਜਿਨ੍ਹਾਂ ਨੂੰ ਮੈਂ ਦੇਖਣਾ ਵਾ, ਤੁਹਾਡੇ ਹੀ ਮੁੰਡੇ ਨੇ ਜਿਨ੍ਹਾਂ ਨੂੰ ਮੈਂ ਦੇਖਣਾ ਵਾ। ਮਤਲਬ ਮੇਰੇ ਨਾ ਇਹ ਜਿਹੜੇ ਮੇਰੇ ਗੱਲਾਂ ਮੇਰੇ ਕੰਨ ਦੇ ਵਿੱਚ ਗਈਆਂ ਹੋਈਆਂ ਨੇ ਨਾ, ਮੇਰੇ ਦਿਮਾਗ ਦੇ ਵਿੱਚ ਉਹ ਇਸ ਤੋਂ ਵੀ ਜ਼ਿਆਦਾ ਪਿਛਲੀਆਂ ਗੱਲਾਂ ਨਾਲੋਂ ਵੀ ਜ਼ਿਆਦਾ ਹਨਾ ਜ਼ਖਮ ਕਰਦੀਆਂ ਨੇ। ਵੀ ਮੈਨੂੰ ਸਮਝ ਨਹੀਂ ਆਉਂਦਾ ਕਿ ਕਿਉਂ ਐਵੇਂ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਬਣ ਕੇ ਬਹਿ ਜਾਂਦੀ ਆ। ਤੁਸੀਂ ਦੱਸਦੇ ਹੋ ਕਿ ਤੁਹਾਡੇ ਬੱਚੇ ਵੀ ਹੋਏ ਤਾਂ ਬੱਚੇ ਨਾਲ ਵੀ ਵਿਤਕਰਾ ਆਲੇ ਦੁਆਲੇ ਦੇ ਲੋਕਾਂ ਨੇ ਇਹ ਕਰਨਾ ਸ਼ੁਰੂ ਕਰਤਾ। ਬਹੁਤ ਵੀਰੇ ਬਹੁਤ, ਖਾਸ ਕਰ ਤਾਂ ਮੇਰੀ ਕੁੜੀ ਦੇ ਨਾਲ ਹਨਾ। ਮਤਲਬ ਮੇਰੀ ਕੁੜੀ ਕਿਸੇ ਨੂੰ ਕੁਛ ਨਹੀਂ ਕਹਿੰਦੀ ਹੈਗੀ, ਮੇਰੀ ਬੇਟੀ ਆ ਹਨਾ, ਅੰਦਰ ਹੀ ਅੰਦਰ ਰਹਿੰਦੀ, ਆਪਣਾ ਕੰਮ ਕਰਦੀ ਆ। ਤੇ ਦੂਜਿਆਂ ਨੂੰ ਜਾ ਕੇ ਕਹਿਣਗੀਆਂ ਨਾ ਤੁਸੀਂ ਉਹਦੀ ਕੁੜੀ ਨੂੰ ਨਹੀਂ ਬੁਲਾਉਣਾ ਹੈਗਾ। ਤੇ ਇਹੋ ਜਿਹੇ ਲੋਕੀ ਨਾ ਅੱਗੇ ਉਹ ਦੂਸਰੇ ਡੱਫਰ ਮਿਲ ਜਾਂਦੇ ਹੁੰਦੇ ਨੇ ਕਿ ਉਹ ਬੁਲਾਉਂਦੇ ਨਹੀਂ ਹੈਗੇ ਨਾ, ਵੀ ਉਹਨੇ ਤਾਂ ਮਨਾ ਕਰ ਦਿੱਤਾ। ਵੀ ਪਹਿਲਾਂ ਤੁਸੀਂ ਦੇਖੋ ਤਾਂ ਸਹੀ ਵੀ ਤੁਸੀਂ ਕੀ ਚੀਜ਼ ਹਨਾ, ਕੀ ਸੁਣ ਕੇ ਤੁਸੀਂ ਆਪਣੇ ਕੰਨਾਂ ਦੇ ਵਿੱਚ ਪਾਈ ਆ, ਤੇ ਉਹੀ ਚੀਜ਼ ਆਪਣੇ ਆਪ ਨੂੰ ਤੁਸੀਂ ਹਨਾ ਵੀ ਕਿਉਂ ਕਿ ਕੋਈ ਜੇ ਤੁਹਾਨੂੰ ਕਿਸੇ ਚੀਜ਼ ਤੋਂ ਦਿੱਕਤ ਲੱਗਦੀ ਹੈ ਤੁਸੀਂ ਮੇਰੇ ਨਾਲ ਆ ਕੇ ਗੱਲ ਕਰਕੇ ਦੇਖੋ, ਮੈਨੂੰ ਪੁੱਛੋ ਤਾਂ ਸਹੀ ਆ ਕੇ। ਮੈਨੂੰ ਆਹ ਚੀਜ਼ ਦਾ ਤਾਂ ਮੈਨੂੰ ਇੰਨਾ ਕੁ ਜ਼ਿਆਦਾ ਵੀਰੇ ਠੇਸ ਲੱਗੀ ਹੋਈ ਆ ਨਾ ਕਿ ਮਤਲਬ ਇੱਕ ਜਨਾਨੀ ਨੇ ਦੂਜੀ ਜਨਾਨੀ ਨੂੰ ਕਿਹਾ ਵੀ ਤੂੰ ਆਪਣਾ ਘਰ ਵਾਲਾ ਬਚਾ ਕੇ ਰੱਖੀ, ਤੂੰ ਆਪਣਾ ਮੁੰਡਾ ਬਚਾ ਕੇ ਰੱਖੀ। ਮੈਂ ਤੇ ਆਪਣਾ ਘਰ ਵਾਲਾ ਤੇ ਮੁੰਡਾ ਬਚਾ ਕੇ ਰੱਖਿਆ ਹੋਇਆ ਵਾ। ਅੱਛਾ ਭੈਣੇ, ਜਦੋਂ ਹਨਾ ਇੱਕ ਮਾਂ ਹੁੰਦੀ ਆ ਤੇ ਉਹਨੇ ਤਾਂ ਆਪਣੇ ਬੱਚਿਆਂ ਦਾ ਢਿੱਡ ਭਰਨਾ ਹੀ ਹੁੰਦਾ ਹਨਾ, ਕਿੱਥੋਂ ਮਰਜ਼ੀ ਭਰੇ ਹਨਾ। ਤੁਸੀਂ ਦੱਸਦੇ ਹੋ ਕਿ ਨੌਕਰੀਆਂ ਲਈ ਭੱਜ ਦੌੜ ਵੀ ਬਹੁਤ ਕਰੀ, ਸੜਕਾਂ ਤੇ ਤੁਸੀਂ ਰੁਲਦੇ ਫਿਰੇ ਹਨਾ, ਤੇ ਪ੍ਰੈਸ਼ਰ ਇਹ ਵੀ ਸੀਗਾ ਕਿ ਨੌਕਰੀ ਮਿਲ ਜੇ। ਤੇ ਤੁਸੀਂ ਦੱਸਦੇ ਹੋ ਕਿ ਨੌਕਰੀਆਂ ਲਈ ਜਾਂਦੀ ਸੀ ਤਾਂ ਪੇਸ਼ਕਸ਼ਾਂ ਅੱਗੋਂ ਗਲਤ ਹੁੰਦੀਆਂ ਸੀਗੀਆਂ। ਕੋਈ ਇਹੋ ਜਿਹੀਆਂ ਗੱਲਾਂ ਬਾਤਾਂ ਹੋਈਆਂ ਹੁਣ? ਵੀਰੇ ਜਦੋਂ ਹਨਾ ਲੜਾਈ ਝਗੜਾ ਹੁੰਦਾ ਸੀਗਾ, ਪਾਪਾ 1-2 ਵਾਰੀ ਮੈਨੂੰ ਲੈ ਆਏ ਸੀਗੇ ਇੱਥੇ, ਪੇਕੇ ਲੈ ਆਏ ਸੀਗੇ ਮੇਰੇ।
ਤੇ ਇੱਥੇ ਇਹ ਸੀਗਾ ਕਿ ਬੱਚੇ ਹਨਾ 2 ਹੈਗੇ ਬੱਚੇ, ਉਦੋਂ ਮੇਰੇ 2 ਬੱਚੇ ਸੀਗੇ ਤੇ ਇਹਨਾਂ ਦਾ ਢਿੱਡ ਪਾਲਣ ਵਾਸਤੇ ਮੈਨੂੰ ਕੰਮ ਤਾਂ ਕਰਨਾ ਪੈਣਾ ਹੀ ਸੀਗਾ। ਜੇ ਸਗੀ ਮਾਂ ਹੁੰਦੀ ਤਾਂ ਸ਼ਾਇਦ ਮੈਂ ਨਾ ਵੀ ਕਰਦੀ ਹਨਾ। ਤੇ ਪਰ ਇਹ ਸੀਗਾ ਕਿ ਇਹਨਾਂ ਦਾ ਢਿੱਡ ਪਾਲਣ ਵਾਸਤੇ ਮੈਨੂੰ ਜੌਬ ਕਰਨੀ ਪੈਣੀ ਸੀਗੀ। ਜੌਬ ਕੀਤੀ, ਬਹੁਤ ਧੱਕੇ, ਮਤਲਬ ਸੜਕਾਂ ਤੇ ਪਾਗਲਾਂ ਦੀ ਤਰ੍ਹਾਂ ਤੁਰੇ ਫਿਰਨਾ, ਜੌਬ ਲੱਭਣੀ, ਸਾਰਾ ਦਿਨ ਜੌਬ ਨਾ ਲੱਭਣੀ ਤੇ ਫਿਰ ਘਰੋਂ ਆ ਕੇ ਤਾਨੇ ਮਿਹਣੇ ਸੁਣਨੇ ਪੈਂਦੇ ਸੀਗੇ ਕਿ ਅੱਜ ਵੀ ਨਹੀਂ ਜੌਬ ਮਿਲੀ ਹੈਗੀ, ਅੱਜ ਵੀ ਨਹੀਂ ਮਿਲੀ। ਤੇ ਐਵੇਂ ਇੱਕ ਜੌਬ ਮਿਲ ਗਈ ਸੀਗੀ ਤੇ ਉਸ ਟਾਈਮ ਤੇ ਮਤਲਬ ਕਿ ਲੋਕਾਂ ਦੀ ਸੋਚ ਕਿੰਨੀ ਗੰਦੀ ਆ ਨਾ, ਸੋਚ ਮਤਲਬ ਸਮਝ ਨਹੀਂ ਸਕਦੇ ਹੈਗੇ ਕਿ ਅੱਜ ਕੱਲ ਦੇ ਲੋਕਾਂ ਦੀ ਸੋਚ ਐਵੇਂ ਦੀ ਕਿਉਂ ਹੋਈ। ਗੰਦੀਆਂ ਡਿਮਾਂਡਾਂ ਰੱਖਣੀਆਂ ਕਿ ਹਾਂ ਵੀ ਮਤਲਬ ਉੱਥੇ ਫਿਰ ਕੀ ਗੱਲਬਾਤ ਹੁੰਦੀ ਹੈ ਭੈਣੇ ਜਦੋਂ ਤੁਸੀਂ ਉਹ ਨੌਕਰੀ ਲਈ ਜਾਂਦੇ ਹੋ? ਉਹ ਨੌਕਰੀ ਲਈ ਮੈਂ ਥੋੜਾ ਟਾਈਮ ਕੀਤੀ ਉੱਥੇ, 10-15 ਦਿਨ ਮੈਂ ਨੌਕਰੀ ਕੀਤੀ। 10-15 ਦਿਨ ਨੌਕਰੀ ਕਰਨ ਤੋਂ ਬਾਅਦ ਜਿਹੜੇ ਉੱਥੇ ਦੇ ਓਨਰ ਸੀਗੇ ਉਹਨਾਂ ਨੇ ਗਲਤ ਅੱਗੇ ਡਿਮਾਂਡ ਰੱਖੀ ਕਿ ਹਾਂ ਤੂੰ ਇੱਥੇ ਮੇਰੇ ਨਾਲ ਆ ਕੇ ਬੈਠ, ਬਿਲਕੁਲ ਨਾਲ ਜੁੜ ਕੇ ਬੈਠ, ਜਿਵੇਂ ਹੋਰ ਕੁੜੀ ਬਹਿੰਦੀ ਆ ਉਵੇਂ ਤੂੰ ਵੀ ਆ ਕੇ ਮੇਰੇ ਨਾਲ ਬੈਠ। ਮੈਨੂੰ ਉਹ ਚੀਜ਼ ਚੰਗੀ ਨਹੀਂ ਲੱਗੀ ਸੀਗੀ। ਉਸ ਟਾਈਮ ਤੇ ਮੈਂ ਉਹਨਾਂ ਨੂੰ ਬਹਾਨਾ ਮਾਰ ਕੇ ਬਾਹਰ ਆ ਗਈ ਕਿ ਮੈਂ ਰੋਟੀ ਲੈਣ ਜਾ ਰਹੀ ਹਾਂ ਤੇ ਮੈਂ ਆਪਣਾ ਪਰਸ ਚੱਕ ਕੇ ਬਾਹਰ ਆ ਗਈ ਤੇ ਮੈਂ ਮੁੜ ਕੇ ਉਸ ਜੌਬ ਤੇ ਨਹੀਂ ਗਈ ਹੈਗੀ। ਤੇ ਉਹ ਬਸ ਸੜਕ ਤੇ ਉੱਥੇ ਜਾ ਕੇ ਕਿਨਾਰੇ ਤੇ ਬੈਠ ਗਈ ਜਿੱਥੇ ਬੱਸਾਂ ਖੜਦੀਆਂ ਹੁੰਦੀਆਂ ਸੀਗੀਆਂ, ਉੱਥੇ ਬੈਠੀ ਰਹੀ, ਸੋਚਦੀ ਰਹੀ ਵੀ ਹੁਣ ਮੈਂ ਘਰ ਜਾ ਕੇ ਕੀ ਜਵਾਬ ਦਊਂਗੀ, ਕਿਉਂਕਿ 15-16 ਦਿਨ ਮੈਂ ਉੱਥੇ ਆਲਰੇਡੀ ਜੌਬ ਤੇ ਲਗਾ ਚੁੱਕੀ ਸੀਗੀ। ਤੇ ਉਸ ਟਾਈਮ ਦਿਮਾਗ ਦੇ ਵਿੱਚ ਕੁਝ ਨਹੀਂ ਪਤਾ ਸੀਗਾ, ਕਿਉਂਕਿ ਆਪਣੀ ਮਾਂ ਹੁੰਦੀ ਉਹਨੂੰ ਮੈਂ 100 ਗੱਲਾਂ ਸਮਝਾ ਸਕਦੀ ਸੀਗੀ ਮੂੰਹੋਂ ਬੋਲ ਕੇ, ਤੇ ਨਹੀਂ ਸਮਝਾ ਸਕਦੇ ਦੂਜੀ ਮਾਂ ਨੂੰ ਤਾਂ ਕਦੇ ਨਹੀਂ ਸਮਝਾ ਸਕਦੇ ਹੈਗੇ, ਜਿੰਨਾ ਮਰਜ਼ੀ ਸਮਝਾਉਣ ਦੀ ਕੋਸ਼ਿਸ਼ ਕਰ ਲਓ ਗੱਲ ਵਿਗੜਦੀ ਆ। ਤੇ ਉਸ ਤੋਂ ਬਾਅਦ ਫਿਰ ਮੈਂ ਉੱਥੇ ਬੈਠੀ ਇਹੀ ਸੋਚੀ ਜਾ ਰਹੀ ਸੀ ਮੈਂ ਹੁਣ ਕਰਾਂ ਤੇ ਕਰਾਂ ਕੀ। ਮੈਂ ਨਾਲ ਆਪਣੀ ਦੂਜੀ ਜੌਬ ਵੀ ਲੱਭਦੀ ਸੀ ਕਿ ਘਰੋਂ ਐਵੇਂ ਆ ਜਾਂਦੀ ਸੀਗੀ। ਤੇ ਉਸ ਤੋਂ ਬਾਅਦ ਮੈਂ ਆਪਣੀ ਮੇਰੀ ਫਰੈਂਡ ਸੀਗੀ ਉਹ ਤੋਂ ਮੈਂ 10 ਦਿਨਾਂ ਦੀ 15 ਦਿਨਾਂ ਦੀ ਸੈਲਰੀ ਲੈ ਕੇ ਆਪਣੀ ਮਾਂ ਨੂੰ ਦੇ ਦਿੱਤੀ ਸੀਗੀ। ਤੇ ਬਸ ਇਹੀ ਕਿ ਮਤਲਬ ਜੌਬ ਲੱਭਦੇ ਬਸ ਐਂਡ ਤੇ ਆ ਕੇ ਮੈਨੂੰ ਇੱਕੋ ਜੌਬ ਮੈਨੂੰ ਬਹੁਤ ਵਧੀਆ ਮਿਲੀ ਸੀਗੀ ਜਿਹੜੀ ਮੈਂ ਹੁਣ ਤੱਕ ਕੀਤੀ ਆ। ਕੀ ਬਾਤ। ਅੱਛਾ ਭੈਣੇ, ਤੁਸੀਂ ਇੰਨੀ ਜਿੰਦਾ ਦਿਲੀ ਨਾਲ ਇਹ ਜ਼ਿੰਦਗੀ ਜਿਉਈ, ਕਦੇ ਰੱਬ ਤੋਂ ਵਿਸ਼ਵਾਸ ਨਹੀਂ ਉੱਠਿਆ? ਕਦੇ ਉਹਦੇ ਨਾਲ ਗਲੇ ਸ਼ਿਕਵੇ ਹੋਏ ਕਿ ਚਲੋ ਇੱਕ ਇਮਤਿਹਾਨ ਹੋ ਗਿਆ, 2 ਹੋ ਗਏ, 3 ਹੋ ਗਏ, ਪੈਰ ਤੇ ਮੌਕੇ ਤੇ ਮੋੜ ਤੇ ਹਨਾ ਇਮਤਿਹਾਨ ਨੇ, ਤਾਂ ਫਿਰ ਉਦੋਂ ਨਹੀਂ ਉਹਦੇ ਨਾਲ ਕਦੇ ਗਲੇ ਸ਼ਿਕਵੇ ਕੀਤੇ? ਕਿ ਬਹੁਤ ਕਰਦੀਆਂ ਵੀਰੇ ਰੱਬ ਨਾਲ ਤਾਂ ਗਿਲੇ ਤਾਂ ਕਦੇ ਤਾਂ ਐਂ ਕਰਦਾ ਜੀ ਕਰਦਾ ਰੱਬ ਨੂੰ ਮੈਂ ਮੰਨਣਾ ਹੀ ਨਾ, ਕਿਉਂ ਜੇ ਮੇਰੀ ਉਹ ਨਾ ਮੇਰਾ ਖੁਦ ਹੀ ਉਹਨੇ ਰੱਬ ਖੋਹ ਲਿਆ ਤੇ ਮੈਂ ਉਹਨੂੰ ਰੱਬ ਨੂੰ ਮੰਨ ਕੇ ਕੀ ਕਰੂੰਗੀ। ਰੱਬ ਕਦੇ ਤਾਂ ਬਹੁਤ ਲੜਦੀ ਆ ਕਿ ਜੇ ਤੂੰ ਮੈਨੂੰ ਜ਼ਿੰਦਗੀ ਦੇਣੀ ਸੀ ਮੇਰੀ ਮਾਂ ਨੂੰ ਵੀ ਨਾਲ ਰੱਖਦਾ ਮੇਰੇ, ਜੇ ਤੂੰ ਜ਼ਿੰਦਗੀ ਖੋਹ ਹੀ ਲਈ ਸੀਗੀ ਤੇ ਫਿਰ ਮੈਨੂੰ ਵੀ ਪੂਰੀ ਤਰ੍ਹਾਂ ਖੋਹ ਲੈਂਦਾ। ਤੇ ਉਸ ਤੋਂ ਬਾਅਦ ਬਾਬਾ ਜੀ ਨਾਲ ਬਹੁਤ ਲੜਦੀ ਆ, ਫਿਰ ਇਹ ਸੋਚਦੀ ਹੁੰਦੀ ਆ ਕਿ ਬਾਬਾ ਜੀ ਸ਼ਾਇਦ ਨਾ ਕੁਛ ਗੱਲਾਂ ਕਰਕੇ ਮੇਰੇ ਅੱਗੇ ਮੈਨੂੰ ਐਵੇਂ ਦੀ ਜ਼ਿੰਦਗੀ ਦਿਖਾ ਰਹੇ ਨੇ ਕਿ ਰੱਬ ਵੀ ਨਾ ਉਹਨਾਂ ਤੇ ਹੀ ਵਕਤ ਪਾਉਂਦਾ ਵਾ ਜਿਹੜੇ ਇਸ ਵਕਤ ਨਾਲ ਲੜਨਾ ਸਿੱਖ ਜਾਂਦੇ ਨੇ। ਤੇ ਮੇਰੇ ਤੇ ਅੱਜ ਰੱਬ ਨੇ ਵਕਤ ਪਾਇਆ ਲੋਕਾਂ ਦੀ ਪਹਿਚਾਣ ਕਰਾਉਣ ਲਈ। ਜੇ ਅੱਜ ਮੇਰੇ ਤੇ ਵਕਤ ਪਿਆ ਹੋਇਆ ਨਾ ਮੈਨੂੰ ਬਹੁਤ ਲੋਕਾਂ ਦੀ ਪਹਿਚਾਣ ਹੋ ਚੁੱਕੀ ਆ। ਹੁਣ ਮੈਂ ਮਿੰਟਾਂ ਦੇ ਵਿੱਚ ਲੋਕਾਂ ਨੂੰ ਜਾਣ ਲੈਂਦੀ ਆ ਵੀ ਇਹ ਲੋਕ ਕੀ ਸੋਚਦਾ ਵਾ, ਇਹਦੇ ਲੋਕਾਂ ਦੀ ਕੀ ਸੋਚ ਹੈਗੀ ਹੈ ਤੇ ਕਿੱਥੇ ਤੱਕ ਸੋਚ ਸਕਦਾ ਵਾ। ਇਸ ਲਈ ਆਪਾਂ ਦੂਰੋਂ ਹੀ ਉਸ ਬੰਦੇ ਨੂੰ ਸਤਿ ਸ਼੍ਰੀ ਅਕਾਲ ਕਰ ਦਿੰਦੇ ਆ ਨਾ ਵੀ ਤੁਸੀਂ ਆਪਣੀ ਜਗ੍ਹਾ ਸਹੀ, ਅਸੀਂ ਆਪਣੀ ਜਗ੍ਹਾ ਸਹੀ। ਕੀ ਬਾਤ ਹੈ। ਅੱਛਾ ਭੈਣੇ, ਐਡੀ ਜ਼ਿੰਦਾ ਦਿਲੀ ਕਿਵੇਂ ਰਹੀ ਇਹ ਗੱਲ ਦੀ, ਐਡੀ ਹਿੰਮਤ ਕਿਵੇਂ ਰਹੀ ਕਿ ਤੁਸੀਂ ਹਲੇ ਵੀ ਉਹ ਮੁਸੀਬਤਾਂ ਦੇ ਨਾਲ ਹਲੇ ਭਾਵੇਂ ਖਤਮ ਨਹੀਂ ਹੋਈਆਂ ਫਿਰ ਵੀ ਲੜ ਰਹੇ ਹੋ ਹਨਾ? ਤੇ ਇਹ ਜੀ ਕਿਹੜੀ ਗੱਲ ਰਹੀ ਹੈ ਜਿਹੜੀ ਨੇ ਹਮੇਸ਼ਾ ਜੋੜ ਕੇ ਰੱਖਿਆ, ਕਦੇ ਤੁਹਾਨੂੰ ਟੁੱਟਣ ਹੀ ਨਹੀਂ ਦਿੱਤਾ? ਵੀਰੇ ਬਚਪਨ ਦੇ ਵਿੱਚ ਜਦੋਂ ਮੰਮੀ ਚਲੇ ਗਈ ਸੀ ਨਾ ਉਦੋਂ ਉਹਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਸਿਰ ਤੇ ਪੈ ਗਈਆਂ ਨੇ, ਉਹ ਬਸ ਉਹ ਜ਼ਿੰਮੇਵਾਰੀਆਂ ਨੇ ਮੈਨੂੰ ਇੰਨਾ ਮਜ਼ਬੂਤ ਕੀਤਾ ਹੋਇਆ ਵਾ। ਤੇ ਆ ਮੇਰੇ ਜਿਹੜੇ ਬੱਚੇ ਆ ਇਹਨਾਂ ਨੂੰ ਮੈਂ ਦੇਖ ਕੇ ਮਜ਼ਬੂਤ ਹੋ ਜਾਂਦੀ ਆ ਕਿ ਹਾਂ ਇਹਨਾਂ ਦੀ ਲਾਈਫ ਦਾ ਨਾ ਇਹਨਾਂ ਨੂੰ ਕੁਝ ਬਣਾਉਣਾ ਵਾ, ਤਾਂ ਕਿ ਜੋ ਅੱਜ ਮੈਂ ਹੈਗੀ ਆ ਉਹ ਮੈਂ ਇਹਨਾਂ ਦੇ ਵਿੱਚ ਮੈਂ ਆਪਣੇ ਆਪ ਨੂੰ ਨਹੀਂ ਦੇਖਾਂ, ਇਹਨਾਂ ਨੂੰ ਮੈਂ ਆਪਣੇ ਆਪ ਤੋਂ ਕਿਤੇ ਉੱਪਰ ਦੇਖਾਂ। ਤੇ ਇਹ ਮੇਰੇ ਬੱਚੇ ਜਿਹੜੇ ਹੈਗੇ ਨੇ ਆਪਣੀਆਂ ਮੁਸੀਬਤਾਂ ਦੇ ਨਾਲ ਲੜਨਾ ਸਿੱਖਣ ਆਪਣਿਆਂ ਨਾਲ, ਤੇ ਲੋਕਾਂ ਦੀ ਪਹਿਚਾਣ ਕਰਨਾ ਸਿੱਖਣ। ਬਸ ਇਹਨਾਂ ਦੀ ਕਰਕੇ ਮੈਂ ਜਿਉਂਦੀ ਬੈਠੀ ਆ ਅੱਜ, ਤੇ ਇਹਨਾਂ ਦੀ ਕਰਕੇ ਬਾਬਾ ਜੀ ਨੇ ਮੈਨੂੰ ਇੰਨੀ ਹਿੰਮਤ ਬਖਸ਼ੀ ਹੋਈ ਆ। ਅੱਛਾ ਭੈਣੇ, ਤੁਹਾਡੇ ਫਾਦਰ ਸਾਹਿਬ ਫਿਰ ਦੂਜਾ ਵਿਆਹ ਕਰਾ ਲੈਂਦੇ ਆ? ਇਹ ਸੋਚਦੇ ਸੀਗੇ ਕਿ ਛੋਟੀ ਭੈਣ ਦਾ ਵਿਆਹ ਕਰਨਾ ਵਾ ਕੱਲ ਨੂੰ, ਉਹ ਆਪਣੇ ਸਹੁਰੇ ਚਲੇ ਜਾਊਗੀ ਤੇ ਮੈਂ ਆਪਣੇ ਸਹੁਰੇ ਬੈਠੀ ਆ, ਪਿੱਛੋਂ ਪਾਪਾ ਨੂੰ ਕੌਣ ਦੇਖੂਗਾ। ਤੇ ਇਸ ਕਰਕੇ ਫਿਰ ਪਾਪਾ ਦੀ ਸਾਰਿਆਂ ਨੇ ਇਹੀ ਸਲਾਹ ਦਿੱਤੀ ਕਿ ਵੀ ਮੈਰਿਜ ਕਰ ਦੇਣੀ ਚਾਹੀਦੀ ਹੈ ਪਾਪਾ ਦੀ। ਉਦੋਂ ਮੇਰੀ ਵੀ ਮੈਰਿਜ ਹੋ ਚੁੱਕੀ ਸੀਗੀ। ਅੱਛਾ। ਤੇ ਉਸ ਤੋਂ ਬਾਅਦ ਮੈਨੂੰ ਮੈਰਿਜ ਨੂੰ ਲੈ ਕੇ ਵੀ ਕਾਫੀ ਤਾਨੇ ਮਿਲੇ ਮੇਰੇ ਸਹੁਰਿਆਂ ਵਾਲਿਆਂ ਤੋਂ ਸੁਣਨੇ ਪਏ ਸੀਗੇ, ਬਹੁਤ ਜ਼ਿਆਦਾ ਸੁਣੇ ਨੇ। ਉਸ ਤੋਂ ਬਾਅਦ ਮੇਰੇ ਪਾਪਾ ਦਾ ਇੱਕ ਬੇਟਾ ਵੀ ਹੋਇਆ ਵਾ ਉਹਨਾਂ ਤੋਂ, ਤੇ ਉਹਨਾਂ ਦੇ ਜਿਹੜੇ ਮੰਮਾ ਦੇ ਉਹਨਾਂ ਦੇ ਆਪਣੇ ਪਿਛਲੇ ਬੱਚੇ ਨੇ ਉਹ ਵੀ ਆਪਣੇ ਨਾਲ ਲਿਆ ਕੇ ਰੱਖੇ ਹੋਏ ਨੇ। ਅੱਛਾ, ਤੇ ਫਿਰ ਉਥੋਂ ਉਹਨਾਂ ਸਹਿਯੋਗ ਮਾਲ ਦਾ ਕਿੱਥੇ ਮਿਲਦਾ? ਨਹੀਂ ਵੀਰੇ ਨਾ, ਪਰ ਕੋਈ ਨਹੀਂ ਐ ਕਹਿ ਦਿੰਦੇ ਹੁੰਦੇ ਨੇ ਨਾ ਵੀ ਅੱਜ ਮੇਰੇ ਪਾਪਾ ਮੈਨੂੰ ਨਹੀਂ ਪੁੱਛਦੇ ਹੈਗੇ ਸਾਨੂੰ, ਤੇ ਕਹਿੰਦੇ ਹੁੰਦੇ ਨੇ ਕਦੇ ਤਾਂ ਮਤਲਬ ਪੁੱਛਣਗੇ, ਕਦੇ ਤਾਂ ਉਹਨਾਂ ਨੂੰ ਇਹ ਚੀਜ਼ ਯਾਦ ਆਊਗੀ, ਕਦੇ ਤਾਂ ਆਪਣੀਆਂ ਕੁੜੀਆਂ ਹਨਾ ਯਾਦ ਆਣਗੀਆਂ, ਕਦੇ ਤਾਂ ਕਹਿਣਗੇ ਵੀ ਹਾਂ ਵੀ ਇਹਨਾਂ ਦੀ ਖਾਤਰ ਮੈਂ ਆਪਣੀ ਕੁੜੀਆਂ ਨੂੰ ਨਹੀਂ ਪੁੱਛਿਆ ਹੈਗਾ। ਤੇ
ਫਿਰ ਹੁਣ ਤਾਂ ਨਹੀਂ ਉਹ ਕਦੇ ਪਰਿਵਾਰ 'ਚ ਜਾਂਦੇ ਹੋ ਜਾਂ ਜਾਂਦੇ ਹੋ ਆਪਣੇ ਪੇਕੇ? ਨਹੀਂ, ਮੈਂ ਨਹੀਂ ਜਾਂਦੀ ਹੈਗੀ ਵੀਰੇ। ਅੱਛਾ। ਜਦ ਤੱਕ ਮੇਰੇ ਪਾਪਾ ਮੈਨੂੰ ਖੁਦ ਨਹੀਂ ਕਹਿਣਗੇ ਨਾ ਵੀ ਆ ਤੂੰ, ਮੈਂ ਉਹਨਾਂ ਚਿਰ ਨਹੀਂ ਜਾਊਂਗੀ। ਅੱਛਾ ਭੈਣੇ, ਜਦੋਂ ਕਈ ਵਾਰ ਤੁਸੀਂ ਉਦਾਸ ਹੁੰਦੇ ਹੋ ਨਾ, ਤੇ ਫਿਰ ਉਦੋਂ ਕਿਹੜੀ ਚੀਜ਼ ਹੁੰਦੀ ਹੈ ਜਿਹੜੀ ਤੁਹਾਨੂੰ ਜੋੜ ਕੇ ਰੱਖਦੀ ਆ, ਤੇ ਉਦੋਂ ਕੀ ਕੋਸ਼ਿਸ਼ ਕਰਦੇ ਹੋ ਕਿ ਆਪਣੇ ਆਪ ਨੂੰ ਹੌਸਲਾ ਦੇਣ ਦੀ ਉਹ ਕਿਹੜੀ ਚੀਜ਼ ਰਹਿੰਦੀ ਆ? ਕਈ ਗੱਲਾਂ ਵੀਰੇ ਇਹੋ ਜਿਹੀਆਂ ਹੁੰਦੀਆਂ ਨੇ ਹਨਾ ਕਿ ਆਪਾਂ ਕਿਸੇ ਨਾਲ ਨਹੀਂ ਸ਼ੇਅਰ ਕਰ ਸਕਦੇ ਹੈਗੇ। ਮਤਲਬ ਦਿਲ ਦੇ ਵਿੱਚ ਐਵੇਂ ਇੱਕ ਹੁੰਦਾ ਵਾ, ਕਈ ਵਾਰ ਨਾ ਰੋਣ ਨੂੰ ਇੰਨਾ ਜੀ ਕਰਦਾ ਵਾ, ਪਰ ਕੋਈ ਕੋਲ ਹੈ ਨਹੀਂਗਾ, ਕਿਹਦੇ ਨਾਲ ਰੋਵਾਂ। ਫਿਰ ਮੈਂ ਆਪਣੀ ਮੰਮੀ ਦੀ ਫੋਟੋ ਉਤਾਰ ਲੈਂਦੀ ਆ, ਪਾਪਾ ਦੇ ਐਵੇਂ ਉੱਪਰ ਹੱਥ ਰੱਖ ਕੇ, ਤੇ ਬਸ ਮੰਮੀ ਦੀ ਫੋਟੋ ਨਾਲ ਗੱਲਾਂ ਕਰ ਕਰਕੇ ਉਹਨਾਂ ਨਾਲ ਆਪਣੇ ਦਿਲ ਦੇ ਵਿੱਚ ਜਿੰਨੇ ਵੀ ਗੱਲਾਂ ਹੈਗੀਆਂ ਨੇ ਉਹਨਾਂ ਨਾਲ ਕਰਕੇ ਰੋ ਲੈਂਦੀ ਆ। ਇਕੱਲੇ ਗੱਲਾਂ ਕਰਦੇ ਨੇ? ਇਕੱਲੀ ਗੱਲਾਂ ਕਰ ਲੈਂਦੀ ਆ। ਤੇ ਫਿਰ ਉਹਨਾਂ ਨੂੰ ਕਦੇ ਕਹਿੰਦੇ ਹੁੰਦੇ ਕਿ ਨਾ ਤੂੰ ਨਹੀਂ ਛੱਡ ਕੇ ਜਾਣਾ ਸੀ ਹਨਾ ਤੂੰ? ਬਹੁਤ ਕਹਿੰਦੀ ਆ ਵੀਰੇ, ਇਹੀ ਕਹਿੰਦੀ ਆ ਕਿ ਜੇ ਤੂੰ ਛੱਡ ਕੇ ਗਈ ਸੀਗੀ ਫਿਰ ਮੈਨੂੰ ਵੀ ਨਾਲ ਲੈ ਜਾਂਦੀ, ਜੇ ਤੂੰ ਗਈ ਸੀਗੀ ਮੈਨੂੰ ਨਾਲ ਲੈ ਕੇ ਜਾਂਦੀ, ਮੈਨੂੰ ਇੱਥੇ ਇਸ ਦੁਨੀਆ ਤੇ ਛੱਡ ਕੇ ਨਾ ਜਾਂਦੀ। ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਕੁਝ ਕਰਨਾ ਚਾਹੁੰਦੀ ਹਾਂ ਕਿ ਲੋਕ ਕਿ ਮੇਰੇ ਬੱਚਿਆਂ ਨੂੰ ਇਹ ਕਹਿਣ ਕਿ ਇਹਨਾਂ ਦੀ ਮਾਂ ਉਹ ਆ। ਹਾਂ, ਮਤਲਬ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜੇ ਦੁੱਖ ਵੀ ਦੇਖ ਲਿੱਤੇ ਨੇ, ਉਹ ਦੁੱਖ ਨੇ ਮੈਨੂੰ ਇੰਨਾ ਕੁ ਜ਼ਿਆਦਾ ਮਜ਼ਬੂਤ ਕਰ ਦਿੱਤਾ ਵਾ, ਤੇ ਇੰਨਾ ਕਿ ਜ਼ਿਆਦਾ ਮੈਂ ਆਪਣੇ ਆਪ ਦਾ ਨਾਮ ਨਾ ਇਸ ਤਰ੍ਹਾਂ ਦਾ ਬਣਾਉਣਾ ਚਾਹੁੰਦੀ ਹਾਂ ਦੁਨੀਆ ਤੇ ਕਿ ਮੈਂ ਕੱਲ ਨੂੰ ਵੀ ਮੈਨੂੰ ਕੁਝ ਹੋ ਵੀ ਜਾਂਦਾ, ਮੈਂ ਮਰ ਵੀ ਜਾਂਦੀ ਹਾਂ ਨਾ, ਮੈਨੂੰ ਲੋਕੀ ਯਾਦ ਕਰਨ ਕਿ ਮੇਰੇ ਬੱਚੇ ਤੇ ਤੁਰੇ ਫਿਰਦੇ ਜਾਣਗੇ ਨਾ, ਉਹਨਾਂ ਨੂੰ ਕਹਿਣ ਵੀ ਹਾਂ ਇਹ ਉਹਦੇ ਬੱਚੇ ਨੇ, ਇਹ ਰਮਨਦੀਪ ਕੌਰ ਦੇ ਬੱਚੇ ਨੇ। ਇਹ ਕੀ ਬਾਤ ਹੈ ਭੈਣੇ, ਬਹੁਤ ਜ਼ਿੰਦਾ ਦਿਲੀ ਹੈ ਭੈਣੇ ਤੁਹਾਡੀ ਇੰਟਰਵਿਊ ਸੁਣ ਕੇ ਸਾਡਾ ਰੋ ਹਨਾ ਉੱਠ ਖੜਿਆ। ਪਰ ਜਿਹੜੀਆਂ ਭੈਣਾਂ ਮਾਯੂਸ ਹੋਈਆਂ ਬੈਠੀਆਂ ਨੇ ਹਨਾ ਜ਼ਿੰਦਗੀ ਤੋਂ, ਜਾਂ ਜਿਹੜਾ ਵੀ ਕੋਈ ਸ਼ਖਸ ਮਾਯੂਸ ਹੋਇਆ ਬੈਠਾ ਜ਼ਿੰਦਗੀ ਤੋਂ, ਉਹ ਤੁਹਾਡੀਆਂ ਗੱਲਾਂ ਸੁਣ ਕੇ ਹਨਾ ਤਾਂ ਉਹਦੇ 'ਚ ਹੱਲਾਸ਼ੇਰੀ ਆਊਗੀ। ਇਹ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਆਪਣੀ ਕਹਾਣੀ ਦੱਸੀ ਭੈਣੇ ਸਾਨੂੰ, ਤੇ ਬਹੁਤ ਮੋਟੀਵੇਸ਼ਨਲ ਤੁਸੀਂ ਗੱਲਾਂ ਕਰਦੇ ਹੋ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਜਿੰਨੇ ਦੁੱਖ ਮਿਲੇ ਹਨਾ ਉੱਥੋਂ ਚੌਗੁਣੇ ਸੁੱਖ ਮਿਲਣ, ਤੁਸੀਂ ਆਪਣੀ ਇੱਕ ਚੰਗੀ ਜ਼ਿੰਦਗੀ ਜਿਉ ਸਕੋ, ਤੇ ਜਿਹੜੇ ਤੁਸੀਂ ਆਪਣੇ ਸੁਪਨੇ ਆਪਣੇ ਲਈ ਸੋਚੇ, ਆਪਣੇ ਬੱਚਿਆਂ ਲਈ ਸੋਚੇ ਹਨਾ, ਉਹ ਸਾਕਾਰ ਹੋ ਸਕਣ। ਤੇ ਇੰਟਰਵਿਊ ਚੰਗੀ ਲੱਗੀ ਭੈਣ ਰਮਨਦੀਪ ਕੌਰ ਹੋਰਾਂ ਦੀ, ਜ਼ਰੂਰ ਅੱਗੇ ਤੋਂ ਅੱਗੇ ਸ਼ੇਅਰ ਕਰਿਓ, ਚੰਗੇ ਕਮੈਂਟ ਜ਼ਰੂਰ ਕਰਿਓ। ਤੇ ਭੈਣੇ ਤੁਹਾਡਾ ਕੋਈ YouTube ਤੇ ਚੈਨਲ ਹੈਗਾ, ਕੋਈ ਇੰਸਟਾਗ੍ਰਾਮ ਤੇ ਤੁਹਾਡਾ ਪ੍ਰੋਫੈਸ਼ਨਲ ਤੁਸੀਂ ਵਰਕ ਕਰਦੇ ਹੋ ਸਟਿਚਿੰਗ ਦਾ, ਉਹਦਾ ਕੋਈ ਅਕਾਊਂਟ ਹੈਗਾ, ਜ਼ਰੂਰ ਬੋਲ ਸਕਦੇ ਹੋ ਤਾਂ ਕਿ ਲੋਕ ਤੁਹਾਡੇ ਨਾਲ ਜੁੜ ਸਕਣ। ਮੇਰਾ YouTube ਤੇ ਚੈਨਲ ਆ ਰੀਅਲ ਰਮਨ ਦੇ ਨਾਮ ਤੋਂ, ਉਹਦੇ ਤੇ ਮੈਂ ਸਟਿਚਿੰਗ ਵਾਲੀ ਵੀਡੀਓਜ਼ ਪਾਉਂਦੀ ਆ, ਟ੍ਰਾਂਜੈਕਸ਼ਨ ਸਟਿਚਿੰਗ, ਆਪਣੇ ਡਿਜ਼ਾਈਨ ਨੇ, ਕਿਸੇ ਦੇ ਕਾਪੀ ਕੀਤੇ ਹੋਏ ਡਿਜ਼ਾਈਨ ਨਹੀਂ ਹੈਗੇ, ਆਪਣੇ ਡਿਜ਼ਾਈਨ ਕਰਕੇ ਆਪਣੀ ਉਹ ਤੇ ਕ੍ਰੀਏਸ਼ਨਸ ਕਰਦੀ ਆ। ਤੇ ਰੀਅਲ ਰਮਨ ਦੇ ਨਾਮ ਤੇ ਆ, 1.5 ਮਹੀਨੇ ਦੇ ਵਿੱਚ ਮੈਂ ਆਪਣਾ ਚੈਨਲ ਜਿਹੜਾ ਹੈਗਾ ਗਰੋ ਕੀਤਾ ਵਾ। ਤੇ ਇੰਸਟਾਗ੍ਰਾਮ ਦੀ ਜਿਹੜੀ ਆਈਡੀ ਆ ਉਹਦਾ 2 ਨੇ, ਇੱਕ ਵੈਸੇ ਹੀ ਬਣਾਈ ਹੋਈ ਆ ਤੇ ਦੂਜੀ ਹੈਗੀ ਆ ਇੰਸਟਾਗ੍ਰਾਮ ਦੀ ਆਈਡੀ ਰਮਨ ਬੁਟੀਕ ਦੇ ਨਾਮ ਤੋਂ, ਉਹਨੂੰ ਵੀ ਜਾ ਕੇ ਜ਼ਰੂਰ ਤੁਸੀਂ ਚੈਨਲ ਨੂੰ ਫੋਲੋ ਕਰਨਾ। ਕੀ ਬਾਤ ਹੈ। ਸੋ ਭੈਣ ਦੀ ਹੌਸਲਾ ਅਫਜ਼ਾਈ ਜ਼ਰੂਰ ਕਰਿਓ ਭੈਣੇ। ਕੋਈ ਜਾਂਦੇ ਉਹ ਭੈਣਾਂ ਨੂੰ ਜਿਹੜੀਆਂ ਮਾਯੂਸ ਹੋਈਆਂ ਬੈਠੀਆਂ ਨੇ ਜ਼ਿੰਦਗੀ ਤੋਂ ਹਨਾ, ਜਾਂ ਉਹਨਾਂ ਦੇ ਵੀ ਕਦੇ ਇਹ ਖਿਆਲ ਆਉਂਦਾ ਹੋਊ ਕਿ ਜ਼ਿੰਦਗੀ 'ਚ ਬਚਿਆ ਕੁਛ ਹੈ ਨਹੀਂਗਾ, ਜ਼ਿੰਦਗੀ ਖਤਮ ਕਰ ਲੈਣੀ ਚਾਹੀਦੀ ਹੈ, ਜਿਨ੍ਹਾਂ ਦੇ ਵਿੱਚ ਦਿਮਾਗ 'ਚ ਇਹੋ ਜਿਹੇ ਖਿਆਲ ਆਉਂਦੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਵੀਰੇ ਬਹੁਤ ਨਿਊਜ਼ਾਂ ਹਨਾ ਦੇਖਣ ਨੂੰ ਮਿਲਦੀਆਂ ਨੇ ਕਿ ਪਿੱਛੇ ਆਪਣੇ ਦੋ ਬੱਚੇ ਛੱਡ ਗਈ ਹਨਾ, ਮਾਂ ਨੇ ਖੁਦਕੁਸ਼ੀ ਕਰ ਲਈ, ਸਹੁਰੇ ਵਾਲਿਆਂ ਤੋਂ ਦੁਖੀ ਹੋ ਕੇ ਮਰ ਗਏ ਹਨਾ, ਮਤਲਬ ਇਹੋ ਜਿਹੀਆਂ ਨਿਊਜ਼ਾਂ ਭਰੀਆਂ ਪਈਆਂ ਨੇ ਅੱਜ ਤੱਕ। ਕਿਉਂ ਕਿਸੇ ਦੇ ਪਿੱਛੇ ਲੱਗ ਕੇ ਤੁਸੀਂ ਆਪਣੀ ਲਾਈਫ ਨੂੰ ਖਤਮ ਕਰਦੇ ਹੋ? ਆਪਣੇ ਬੱਚੇ ਦੇਖੋ ਨਾ ਤੁਸੀਂ, ਬੱਚੇ ਤੁਹਾਡੇ ਬੱਚਿਆਂ ਦਾ ਤਾਂ ਕੋਈ ਕਸੂਰ ਨਹੀਂ ਨਾ ਹੈਗਾ, ਤੁਸੀਂ ਉਹਨਾਂ ਦੇ ਪਿੱਛੇ ਕਿਸੇ ਦੇ ਪਿੱਛੇ ਲੱਗ ਕੇ ਆਪਣੀ ਲਾਈਫ ਖਤਮ ਨਹੀਂ ਕਰਨੀ ਚਾਹੀਦੀ ਹੈਗੀ। ਜੇ ਤੁਹਾਨੂੰ ਰੱਬ ਨੇ ਦੁੱਖ ਤਕਲੀਫਾਂ ਦਿੱਤੀਆਂ ਨੇ, ਉਹਨਾਂ ਨਾਲ ਲੜੋ। ਕਿੰਨਾ ਕੁ ਚਿਰ ਡੱਕਣਗੀਆਂ ਤੁਹਾਡੇ ਅੱਗੇ? ਇੱਕ ਦਿਨ ਤਾਂ ਹਾਰਨਗੀਆਂ ਹੀ ਨਾ, ਇੱਕ ਦਿਨ ਆਪਣੇ ਘੁੱਟਣੇ ਡੇਕਣਗੀਆਂ ਵੀ ਹੁਣ ਇਹਦੇ ਪਿੱਛੋਂ ਹਟਣਾ ਪੈਣਾ ਵਾ ਸਾਨੂੰ। ਨਹੀਂ, ਇਸ ਲਈ ਆਪਣੀ ਜ਼ਿੰਦਗੀ ਕਦੇ ਨਾ ਖਤਮ ਕਰੋ, ਕਿਉਂਕਿ ਬਾਬਾ ਜੀ ਨੇ ਇੱਕ ਹੀ ਲਾਈਫ ਦਿੱਤੀ ਆ ਤੇ ਉਹ ਲਾਈਫ ਨੂੰ ਜੀ ਕੇ ਜਾਣਾ ਚਾਹੀਦਾ ਵਾ। ਕੀ ਬਾਤ ਹੈ। ਸੋ ਬਹੁਤ ਚੰਗੀਆਂ ਗੱਲਾਂ ਕਰਦੇ ਹੋ ਭੈਣੇ, ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਸਾਡੇ ਲਈ ਸਮਾਂ ਕੱਢਿਆ ਹੈ ਨਾ, ਇੰਨੀਆਂ ਅਨਮੋਲ ਗੱਲਾਂ ਜਿਹੜੀਆਂ ਤੁਹਾਡੀਆਂ ਸੁਣਨ ਨੂੰ ਮਿਲੀਆਂ ਸਾਨੂੰ। ਸੋ ਇੰਟਰਵਿਊ ਚੰਗੀ ਲੱਗੀ ਭੈਣ ਰਮਨ ਹੋਰਾਂ ਦੀ ਅੱਗੇ ਤੋਂ ਅੱਗੇ ਸ਼ੇਅਰ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਇਹਨਾਂ ਦੀ ਸਪੋਰਟ ਲਈ ਇਹਨਾਂ ਦਾ YouTube ਚੈਨਲ ਤੇ ਇਹਨਾਂ ਦੀ ਇੰਸਟਾਗ੍ਰਾਮ ਆਈਡੀ ਜ਼ਰੂਰ ਫੋਲੋ ਕਰਿਓ। ਤੇ ਜੇ ਤੁਹਾਡੀ ਜ਼ਿੰਦਗੀ ਦੀ ਵੀ ਕੋਈ ਐਸੀ ਕਹਾਣੀ ਹੈ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਥੱਲੇ ਇੱਕ ਇੰਸਟਾਗ੍ਰਾਮ ਆਈਡੀ ਦਾ ਲਿੰਕ ਆ, ਉੱਤੇ ਸਾਨੂੰ ਮੈਸੇਜ ਕਰਕੇ ਸਾਡੇ ਨਾਲ ਰਾਬਤਾ, ਸਾਡੇ ਨਾਲ ਮੈਸੇਜ ਕਰ ਸਕਦੇ ਹੋ। ਜੇ ਤੁਹਾਡੀ ਕਹਾਣੀ ਵੀ ਲੋਕਾਂ ਨੂੰ ਦਿਖਾਉਣ ਯੋਗ ਹੋਈ ਤਾਂ ਅਸੀਂ ਜ਼ਰੂਰ ਲੋਕਾਂ ਸਾਹਮਣੇ ਉਹ ਕਹਾਣੀ ਪੇਸ਼ ਕਰਾਂਗੇ। ਬਹੁਤ ਧੰਨਵਾਦ। ਦੇਖਦੇ ਰਹੋ ਘੰਟੇ।